ਆਪਣੀ ਹੀ ਸਰਕਾਰ 'ਚ ਤੁਹਾਡੀ ਹੀ ਜ਼ਮੀਨਾਂ ਤੇ ਕਬਜ਼ੇ ਹੋ ਗਏ। ਮੈਂ ਇੱਕ ਜਗ੍ਹਾ ਲਈ, ਉਸ ਜਗ੍ਹਾ ਤੇ ਜਦੋਂ ਮੈਂ ਜਾ ਕੇ ਕੰਮ ਸ਼ੁਰੂ ਕਰਵਾਉਣ ਲੱਗਿਆ ਤਾਂ ਸਾਡੇ ਭਾਰਤ ਭੂਸ਼ਣ ਜੀ ਜਿਹੜੇ ਲੁਧਿਆਣਾ ਦੇ ਸੀਐਮ ਨੇ, ਲੁਧਿਆਣਾ ਦੇ ਸੀਐਮ ਕਾਂਗਰਸ ਦੇ ਉਹ ਨੇ, ਉਹ ਤੁਹਾਨੂੰ ਦੱਸੂਗਾ ਕਿਉਂ ਨੇ। ਉਹਨਾਂ ਨੇ ਉੱਥੇ ਮੈਨੂੰ ਪੋਜੈਸ਼ਨ ਨਹੀਂ ਲੈਣ ਦਿੱਤਾ। ਹੰਬੜਾ ਰੋਡ ਤੇ ਲੁਧਿਆਣਾ ਦੇ ਗਿੱਲ ਕੌਂਸਟੀਚੁਐਂਸੀ ਦੀ ਜਗ੍ਹਾ, ਪਰ ਉਹ ਕਹਿੰਦੇ ਨਹੀਂ ਇਹ ਮੇਰਾ ਹਲਕਾ ਤਾਂ ਨਹੀਂ ਹੈਗਾ, ਪਰ ਇੱਥੇ ਦਾਦਾਗਿਰੀ ਮੇਰੀ ਚੱਲਦੀ ਹੈ, ਤੂੰ ਇੱਥੇ ਕਬਜ਼ਾ ਨਹੀਂ ਲੈ ਸਕਦਾ। ਲੈਂਡ ਖਰੀਦੀ ਹੋਵੇ ਜਾਂ ਇਹੋ ਜਿਹੀ ਕੋਈ ਲੈਂਡ ਉਹਨਾਂ ਦੇ ਖਾਸ ਦੋਸਤ ਦੀ ਹੈ, ਤੁਸੀਂ ਕਿਸੇ ਦੇ ਸਰਪੰਚ ਹੋ, ਕਹਿੰਦੇ ਸਰਦਾਰੀ ਪੂਰੀ ਹੁੰਦੀ ਸੀ, ਆਪਾਂ ਨੇ ਕਿਸੇ ਨੂੰ ਧੌਣ ਨੱਪ ਕੇ ਸੋਚੀਏ ਕਿ ਲੈ ਲਈ। ਗੱਲ ਸਿਰਫ ਹੈਗੀ ਹੈ ਜੀ ਇੱਥੇ ਈਗੋ ਦੀ। ਉਹਨਾਂ ਨੂੰ ਈਗੋ ਫਸ ਜਾਂਦੀ ਹੈ, ਠੀਕ ਹੈ ਨਾ ਜੀ। ਉਹ ਈਗੋ ਫਸਾ ਲੈਂਦੇ ਨੇ ਵੀ ਇਹ ਲੁਧਿਆਣੇ ਦਾ ਬੰਦਾ, ਇਹਦੇ ਸਾਰੇ ਮਿੱਤਰ ਪੰਜਾਬ ਦੇ ਨੇ, ਇਹ ਸਾਡੇ ਕੋਲੇ ਸਾਡੇ ਥੱਲੇ ਦੀ ਸਾਡੇ ਨੇੜੇ ਕਿਉਂ ਨਹੀਂ ਆਉਂਦਾ। ਪਹਿਲੀ ਗੱਲ ਤਾਂ ਸੱਟੇ ਬਾਜ਼ਾਰਾਂ ਨਾਲ ਇਹਨਾਂ ਦਾ ਕੰਮ ਚੱਲਦਾ। ਜਿਹੜਾ ਲੁਧਿਆਣੇ ਦਾ ਸਭ ਤੋਂ ਵੱਡਾ ਸੱਟਾ, ਹਾਂਜੀ, ਉਹ ਭਾਰਤ ਭੂਸ਼ਣ ਜੀ ਆਸ਼ੂ ਜੀ ਦੀ ਕਿਰਪਾ ਤੇ ਦ੍ਰਿਸ਼ਟੀ ਨਾਲ ਚੱਲਦਾ। ਮੈਂ ਜੇ ਗਲਤ ਨਹੀਂ ਸੁਣ ਰਿਹਾ ਤਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਵੀ ਸੱਟੇਬਾਜ਼ਾਂ ਨਾਲ ਲਿੰਕ ਹੈ। ਸਭ ਤੋਂ ਸਾਰਾ ਸੱਟੇਬਾਜ਼ਾਂ ਤੋਂ ਲੈ ਕੇ ਹਰ ਇੱਕ ਕੰਮ ਤੋਂ ਲੈ ਕੇ ਜਿਹੜਾ ਵੀ ਕੰਮ ਹੁੰਦਾ ਲੁਧਿਆਣੇ ਦੇ ਵਿੱਚ ਜੀ, ਮਤਲਬ ਜਿਹੜਾ ਉਹਨਾਂ ਨੂੰ ਜਾ ਕੇ ਸਲਾਮ ਠੋਕ ਕੇ ਆਉਂਦਾ ਤੇ ਕਹਿੰਦਾ ਤੋਹਫਾ ਕਬੂਲ ਕਰੋ ਪੈਂਟ ਲਾ ਕੇ, ਉਹ ਠੀਕ ਹੈ। ਤੇ ਫਿਰ ਮੇਰਾ ਜਦੋਂ ਜ਼ਮੀਨ ਦਾ ਰੌਲਾ ਆਇਆ, ਮੈਂ ਜ਼ਮੀਨ, ਮੈਨੂੰ ਕੋਰਟ ਤੋਂ ਵੀ ਆਰਡਰ, ਕੋਰਟ ਦਾ ਆਰਡਰ ਮੇਰੇ ਕੋਲੇ ਹੈ। ਕੋਰਟ ਕਹਿੰਦੀ ਜਾ ਕੇ ਆਪਦਾ ਪੋਜੈਸ਼ਨ ਲੈ, ਪੁਲਿਸ ਕਹਿੰਦੀ ਆਸ਼ੂ ਜੀ ਤੋਂ ਫੋਨ ਕਰਾ, ਪੋਜੈਸ਼ਨ ਤਾਂ ਮਿਲੂਗਾ। ਕਿੰਨੀ ਕੁ ਜ਼ਮੀਨ ਸੀ ਤੁਹਾਡੀ? ਉਹ ਕਮਰਸ਼ੀਅਲ ਜ਼ਮੀਨ ਸੀ, 600 ਗਜ ਸੀ। ਅੱਛਾ, ਹਾਂ, ਮਤਲਬ ਸਿਰਫ ਇੱਕ 600 ਗਜ ਜ਼ਮੀਨ ਦੇ ਲਈ ਇੰਨਾ ਵੱਡਾ ਡਿਸਪਿਊਟ ਖੜਾ ਹੋ ਗਿਆ। ਤੇ ਮੈਂ ਜਦੋਂ ਗਿਆ ਸਮੀਰ ਵਰਮਾ ਜੀ ਕੋਲੇ, ਮੈਂ ਕਿਹਾ ਮੈਨੂੰ ਮੇਰੇ ਪੇਪਰ ਚੈੱਕ ਕਰੋ, ਮੇਰੇ ਸਭ ਕੁਝ ਚੈੱਕ ਕਰੋ, ਮੈਨੂੰ ਕਿਹੜੇ ਬਿਹਾਫ ਤੇ ਰੋਕਿਆ ਮੈਨੂੰ ਉਹ ਤਾਂ ਦੱਸੋ। ਇੱਕ ਫਰਜ਼ੀ ਕੰਪਲੇਂਟ ਜੀ ਲੈ ਲਈ ਮੇਰੇ ਤੇ, ਉਹ ਕੰਪਲੇਂਟ ਜੀ ਲੈ ਕੇ ਵੀ ਇਹਨੇ ਇਹ ਹਥਿਆਰ ਲੈ ਕੇ ਆ ਗਿਆ, ਇਹ ਲੈ ਕੇ ਆ ਗਿਆ, ਫਲਾਣਾ ਲੈ ਕੇ। ਮੈਂ ਯਾਰ ਇਹ ਗੱਲਾਂ ਹੈ, ਕੋਈ ਕਰਨ ਵਾਲੀ ਗੱਲ ਕਰੋ। ਮੈਂ ਆਪਦੀ ਜ਼ਮੀਨ ਤੇ ਆਇਆ, ਮੈਂ ਕੰਧ ਕਰਨ ਲੱਗਿਆ, ਮੈਨੂੰ ਹੀ ਪੁਲਿਸ ਰੋਕੀ ਜਾਂਦੀ ਹੈ। ਜਦੋਂ ਅਸੀਂ ਉਹ ਪਰਚਾ ਕਰਾਇਆ ਇੱਕ ਬੰਦੇ ਤੇ, ਸ਼ਹਿਰ ਦਾ ਇੱਕ ਲੁਟੇਰਾ ਜਿਹਨੇ ਬਹੁਤ ਵੱਡਾ ਠੱਗੀਆਂ ਮਾਰੀਆਂ ਨੇ, ਜਦੋਂ ਉਹ 'ਤੇ ਅਸੀਂ ਪਰਚਾ ਕਰਾਇਆ, ਸਾਡਾ ਪਰਚਾ ਹੋ ਗਿਆ। 3 ਇਨਕੁਆਇਰੀਆਂ, 3 IPS ਅਫਸਰਾਂ ਦੀਆਂ ਇਨਕੁਆਇਰੀਆਂ, DA ਲੀਗਲ ਦੀ ਰਿਪੋਰਟ, ਉਸ ਤੋਂ ਬਾਅਦ ਸਾਰੇ SHO ਦੀ ਰਿਪੋਰਟ, DSP ਦੀ ਰਿਪੋਰਟ, ADCP ਦੀ ਰਿਪੋਰਟ, ਜੁਆਇੰਟ ਕਮਿਸ਼ਨਰ ਦੀ ਰਿਪੋਰਟ, DA ਲੀਗਲ ਦੀ ਰਿਪੋਰਟ। ਉਸ ਤੋਂ ਬਾਅਦ ਜਦੋਂ ਪਰਚਾ ਦਰਜ ਹੋਇਆ ਤੇ ਜਦੋਂ ਬੰਦੇ ਨੂੰ ਕੜਿੱਕੀ ਪਾਉਣ ਗਏ, ਜਦੋਂ ਬੰਦੇ ਨੂੰ ਚੱਕਿਆ ਪੁਲਿਸ ਨੇ, ਤੇ ਆਸ਼ੂ ਜੀ ਦਾ ਫੋਨ ਆ ਗਿਆ ਵੀ ਨਾ ਜੀ ਇਹ ਬੰਦਾ ਤਾਂ ਛੱਡੋ। ਉਸ ਤੋਂ ਇਲਾਵਾ ਜਿਹੜਾ ਸਾਡੇ ਨਾਲ ਇਹਨਾਂ ਨੇ ਧੱਕਾ ਕੀਤਾ, ਸਾਡਾ ਵਪਾਰ ਚੱਲਦਾ ਸੀਗਾ, ਇਹਨਾਂ ਦੇ ਮਹਿਕਮੇ ਨਾਲ ਚੱਲਦਾ ਸੀ, ਸੰਨ 92 ਤੋਂ ਚੱਲਦਾ ਸੀ। ਮਾਲ ਗੱਡੀਆਂ ਅਸੀਂ ਭਰਦੇ ਹਾਂ ਮੁੱਲਾਂਪੁਰ ਮੰਡੀ 'ਚੋਂ। ਜਦੋਂ ਉਹਦੀ ਟੈਂਡਰਿੰਗ ਵਾਸਤੇ ਅਸੀਂ ਇਹਦੇ ਕੋਲੇ ਗਏ ਤੇ ਇਹ ਬੰਦਾ ਸਾਨੂੰ ਗਿਆ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਟੈਂਡਰ ਤਾਂ ਨਹੀਂ ਦੇਖ ਸਕਦਾ ਕਿਉਂਕਿ ਤੁਸੀਂ ਕਾਂਗਰਸੀ ਨਹੀਂ ਹੈਗੇ। ਸਾਨੂੰ ਕਹਿ ਰਿਹਾ ਵੀ ਇਹ ਤੁਸੀਂ ਕਾਂਗਰਸੀ ਨਹੀਂ, ਕਹਿੰਦਾ ਤੁਸੀਂ ਕਿਹੜੇ ਪਾਸਿਓਂ ਕਾਂਗਰਸੀ ਹੋ ਜਿਹੜਾ ਤੁਹਾਨੂੰ ਮੈਂ ਟੈਂਡਰ ਦੇਵਾਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਵੀ ਸਾਰੇ ਟੈਂਡਰ ਨੇ ਜਿਹੜੇ ਕਾਂਗਰਸ ਨੂੰ ਮਿਲਣਗੇ ਤੇ ਹਲਕਾ ਇੰਚਾਰਜਾਂ ਨੂੰ ਮਿਲਣਗੇ। ਸੰਦੀਪ ਸੰਧੂ ਜੀ ਦੇ ਨਾਲ ਅਸੀਂ ਗਏ ਹਾਂ। ਮਾਨਨੀय ਸੰਦੀਪ ਸੰਧੂ ਜੀ ਸਾਨੂੰ ਲੈ ਕੇ ਗਏ, ਆਸ਼ੂ ਜੀ ਦੇ ਘਰੇ ਬਿਠਾਏ, ਬਾਂਹ ਫੜ ਕੇ ਸਾਨੂੰ ਆਸ਼ੂ ਜੀ ਦੇ ਡਰਾਇੰਗ ਰੂਮ 'ਚ ਬਿਠਾਇਆ, ਬਿਠਾ ਕੇ ਸਾਨੂੰ ਕਹਿੰਦੇ ਜੀ ਤੁਸੀਂ ਆਪਦੀ ਗੱਲ ਕਰੋ। ਤੇ ਮੈਂ ਚੱਲਿਆ ਤੇ ਉਹ ਚਲੇ ਗਏ ਤੇ ਮੇਰੇ ਬ੍ਰਦਰ ਸੀਗੇ, ਉਹ ਬੈਠੇ ਰਹੇ ਤੇ ਆਸ਼ੂ ਜੀ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ। ਆਸ਼ੂ ਕਹਿੰਦਾ ਕਿਹੜੇ ਮੂੰਹ ਚੱਕ ਕੇ ਆ ਜਾਂਦੇ ਹੋ। ਮੇਰੀ ਸਰਕਾਰ ਹੋਣ ਦੇ ਬਾਵਜੂਦ, ਮੇਰੇ ਭਰਾ ਹੋਣ ਦੇ ਬਾਵਜੂਦ, ਉਹ ਵੀ ਕੈਬਨਿਟ ਮੰਤਰੀ ਆ, ਮੇਰੇ ਭਰਾ ਵੀ ਕੈਬਨਿਟ ਮੰਤਰੀ ਨੇ, ਉਹਨਾਂ ਦੇ ਹੋਣ ਦੇ ਬਾਵਜੂਦ ਮੈਂ ਜੇ ਅੱਜ ਪਾਰਟੀ ਛੱਡੀ ਹੈ ਤਾਂ ਮੈਂ ਸਿਰਫ ਭਾਰਤ ਭੂਸ਼ਣ ਆਸ਼ੂ ਕਰਕੇ ਛੱਡੀ ਹੈ। ਮੀਡੀਆ ਹੈਗਾ, ਚੌਥਾ ਸਤੰਭ ਹੈਗਾ, ਅਸੀਂ ਆਵਾਜ਼ ਚੱਕਣ ਵਾਲੇ ਹਾਂ। ਤੁਸੀਂ ਇਹ ਗੱਲ ਜਿਹੜੀ ਅੱਜ ਬੋਲਦੇ ਪਏ ਹੋ, ਤੁਸੀਂ ਉਦੋਂ ਕਿਉਂ ਨਹੀਂ ਬੋਲੇ? ਅੱਜ BJP 'ਚ ਜੁਆਇਨ ਕਰਕੇ ਉਦੋਂ ਮੈਂ ਪਾਰਟੀ 'ਚ ਸੀ ਨਾ, ਪਾਰਟੀ ਦਾ ਕੋਈ ਡਿਸਿਪਲਿਨ ਵੀ ਹੁੰਦਾ। ਮੈਂ 4 ਬੰਦ ਕਮਰੇ 'ਚ ਬੈਠ ਕੇ ਗੱਲਾਂ ਕਰਦੇ ਰਹੇ ਹਾਂ, ਅਸੀਂ ਆਸ਼ੂ ਜੀ ਨਾਲ ਮੀਟਿੰਗਾਂ ਕਰਦੇ ਰਹੇ ਹਾਂ, ਮੇਰੇ ਵਿਧਾਇਕ ਫੋਨ ਕਰਦੇ ਰਹੇ ਨੇ, ਕਿਹੜਾ ਅਸੀਂ ਬੰਦਾ ਵਿੱਚ ਨਹੀਂ ਪਾਇਆ। ਸਾਡੇ ਸਾਰੇ ਲਾਈਜ਼ਨਰ ਜਿਹੜੇ ਕਹਿੰਦੋ ਹਰ ਕੋ ਕਦੇ ਔਰ ਮੇਰੇ ਬਿਹਾਫ ਤੇ MLA ਸਾਹਿਬਾਨ ਜਾ ਕੇ ਆਸ਼ੂ ਜੀ ਨੂੰ ਮਿੰਨਤਾਂ ਕਰਦੇ ਰਹੇ ਨੇ। ਕੋਈ MLA ਤੁਹਾਡੇ ਨਾਲ ਨਹੀਂ ਖੜੇ? ਲੁਧਿਆਣੇ ਦੇ ਖੜੇ ਨੇ, ਵੈਦ ਸਾਹਿਬ ਸਾਡੇ ਨਾਲ ਖੜੇ ਨੇ। ਵੈਦ ਸਾਹਿਬ ਨੇ ਸਹੀ ਰਿਪੋਰਟਾਂ ਦਿੱਤੀਆਂ ਆਸ਼ੂ ਜੀ ਨੂੰ ਵੀ ਜਿਹੜਾ ਅਮਰਦੀਪ ਦਾ ਕੇਸ ਹੈ, ਜਿਹੜੀ FIR ਨੰਬਰ 190 ਨੰਬਰ ਆਸ਼ੂ ਜੀ ਨੇ ਕੈਂਸਲ ਕਰਾਈ ਹੈ, ਉਹ 'ਚ ਅਮਰਦੀਪ ਸਹੀ ਸੀ ਕਿ ਗਲਤ ਸੀ? ਔਨ ਰਿਕਾਰਡ ਪੁੱਛੋ ਉਹਨਾਂ ਤੋਂ।
ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ। ਸੋ ਇਸ ਵੇਲੇ ਦੀ ਵੱਡੀ ਅਪਡੇਟ ਹੈਗੀ ਹੈ। ਵੱਡੀ ਅਪਡੇਟ ਇਹ ਹੈ ਕਿ ਕਾਂਗਰਸ ਨੂੰ ਲਗਾਤਾਰ ਝਟਕੇ ਤੇ ਝਟਕੇ ਵੱਜਦੇ ਜਾ ਰਹੇ ਹੈ। ਜਿੱਥੇ ਇੱਕ ਪਾਸੇ ਜੋਗਿੰਦਰ ਸਿੰਘ ਮਾਨ ਉਹਨਾਂ ਨੇ ਫਗਵਾੜੇ ਤੋਂ ਜਿਹੜੇ ਮੰਤਰੀ ਸੀਗੇ ਉਹਨਾਂ ਨੇ ਕਾਂਗਰਸ ਛੱਡ ਕੇ ਆਮ ਆਦਮੀ ਦਾ ਹੱਥ ਫੜ ਲਿਆ ਹੈ, ਉੱਥੇ ਹੀ ਹੁਣ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਇੱਕ ਸ਼ਖਸੀਅਤ ਜਿਹੜੇ ਕਿ ਲੁਧਿਆਣਾ ਤੋਂ ਸਰਪੰਚ ਹੈਗੇ ਹੈ। ਸੋ ਪੁਸ਼ਤੈਨੀ ਕਾਂਗਰਸੀ ਹੋਣ ਦੇ ਬਾਵਜੂਦ ਜਦੋਂ ਦਾਦਾ ਜੀ ਉਹਨਾਂ ਨੂੰ ਇਹਨਾਂ ਦੇ ਗੋਲੀਆਂ ਵੱਜੀਆਂ, ਸ਼ਹਾਦਤ ਦਿੱਤੀ, ਉਸ ਤੋਂ ਬਾਵਜੂਦ ਵੀ ਕਾਂਗਰਸ ਨਾ ਛੱਡੀ। ਪਰ ਅੱਜ ਹਾਲਾਤ ਇਹ ਹੈ ਕਿ ਜਿੱਥੇ ਡਾਕਟਰ ਹਰਜੋਤ ਕਮਲ ਦੇ ਨਾਲ ਇਹਨਾਂ ਨੇ ਵੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਬੀਜੇਪੀ ਦਾ ਲੜ ਫੜ ਲਿਆ। ਸੋ ਜਾਣਦੇ ਹਾਂ ਕਿ ਕੀ ਇਹੋ ਜਿਹੇ ਕਾਰਨ ਰਹੇ ਕਿ ਪੁਸ਼ਤੈਨੀ ਪਾਰਟੀ ਨੂੰ ਛੱਡ ਕੇ ਅੱਜ ਬੀਜੇਪੀ ਦਾ ਪਲੜਾ ਫੜ ਲਿਆ। ਸਤਿ ਸ਼੍ਰੀ ਅਕਾਲ ਸਰ। ਬਿਲਕੁਲ ਸਤਿ ਸ਼੍ਰੀ ਅਕਾਲ ਜੀ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ। ਕਾਰਨ ਇਹ ਹੋਇਆ ਜੀ ਵੀ 91 ਚ ਮੇਰੇ ਗ੍ਰੈਂਡਫਾਦਰ ਨੂੰ ਅੱਤਵਾਦੀਆਂ ਨੇ ਗੋਲੀ ਮਾਰੀ ਸੀ। ਕੀ ਉਹਨਾਂ ਦਾ ਨਾਮ ਸੀ? ਸਰਦਾਰ ਮੁਖਤਿਆਰ ਸਿੰਘ, ਉਹ ਮੌਜੂਦਾ ਸਰਪੰਚ ਸੀ ਪਿੰਡ ਦੇ। ਠੀਕ ਹੈ ਜੀ। ਉਦੋਂ ਤੋਂ ਫਿਰ ਉਸ ਤੋਂ ਬਾਅਦ 92 ਸਰਕਾਰ ਬਣੀ, ਸਰਦਾਰ ਮਲਕੀਤ ਸਿੰਘ ਦਾਖਾ ਜੀ ਐਮਐਲਏ ਬਣੇ, ਮੰਤਰੀ ਬਣੇ ਸਾਡੇ ਕਾਂਗਰਸ ਨਾਲ। ਉਸ ਤੋਂ ਪਹਿਲਾਂ ਦੇ, ਇਹ ਤਾਂ ਮੈਂ ਤੁਹਾਨੂੰ 91 ਦੀ ਗੱਲ ਦੱਸਿਆ ਨਾ, ਇਸ ਤੋਂ ਪਹਿਲਾਂ ਦੇ ਕਾਂਗਰਸ ਨਾਲ ਸਾਡੇ ਸੰਬੰਧ ਨੇ। ਮਤਲਬ 84 ਤੋਂ ਵੀ ਪਹਿਲਾਂ ਦੇ ਸਾਡੇ ਸੰਬੰਧ ਨੇ ਕਾਂਗਰਸ ਨਾਲ। ਅਸੀਂ ਉਹ ਕਾਂਗਰਸੀ ਪਰਿਵਾਰ ਸੀ ਤੇ ਸਾਡਾ ਚੱਲਦਾ ਆ ਰਿਹਾ ਸੀ ਸਾਰਾ ਸਿਸਟਮ ਵਧੀਆ। ਤੇ ਮੇਰਾ 2006-07 ਤੋਂ ਸਚਿਨ ਪਾਇਲਟ ਜੀ ਨਾਲ ਮੇਰਾ ਬਹੁਤ ਪਿਆਰ ਸੀ। ਉਹ ਮੇਰੇ ਬੌਸ ਵੀ ਸੀ, ਉਹਨਾਂ ਨੂੰ ਮੈਂ ਆਈਡਲ, ਰਾਜਸੀ ਗੁਰੂ ਹੈਗੇ। ਹਾਂ, ਰਾਜਸੀ ਗੁਰੂ, ਮੇਰੇ ਗੁਰੂ ਸਚਿਨ ਪਾਇਲਟ ਸੀ। ਉਹਨਾਂ ਨੇ ਮੈਨੂੰ ਕਾਂਗਰਸ 'ਚ, ਮੈਨੂੰ ਉਹਨਾਂ ਨੂੰ ਦੇਖ ਕੇ ਵਧੀਆ ਲੱਗਦਾ ਸੀ ਕਾਂਗਰਸ। ਤੁਸੀਂ ਲੁਧਿਆਣੇ ਦੇ ਵਿੱਚ ਤੇ ਸਚਿਨ ਪਾਇਲਟ ਜੀ ਕਿੱਥੇ, ਤੇ ਫਿਰ ਤੁਹਾਡੇ ਰਾਜਸੀ ਗੁਰੂ ਦਾ ਇਹ ਕਿੱਦਾਂ ਸਫ਼ਰ ਹੋਇਆ ਜੀ? ਇਹ ਵੀ ਸਾਰੇ ਕੋਈ ਪਰਿਵਾਰਕ ਸੰਬੰਧ ਪੁਰਾਣੇ ਸੀਗੇ ਜੀ, ਤੇ ਕੁਝ ਮੇਰੇ ਦੋਸਤ ਸੀ, ਉਹਨਾਂ ਦੇ ਸੰਬੰਧ ਸੀ। ਇਹ ਸਾਰੇ ਰਲਦੇ ਇੱਕ ਫੈਮਿਲੀ ਇਨਹੈਰੀਟੈਂਸ ਜੋ ਤੁਹਾਨੂੰ ਮਿਲਦਾ ਉਹ ਤੁਸੀਂ ਅੱਗੇ ਕੈਰੀ ਫਾਰਵਰਡ ਕਰਦੇ ਹੋ। ਹੁਣ ਉਸ ਤੋਂ ਬਾਅਦ ਜਦੋਂ ਸਰਕਾਰ ਸਾਡੀ ਬਣੀ ਜੀ 17 ਚ, ਤੇ ਜਦੋਂ ਅਸੀਂ ਆਪਦੀ ਹੋਸਟ ਸਰਕਾਰ ਬਣਾਈ ਤਾਂ ਸਰਕਾਰ ਦੇ ਵਿੱਚ ਅਸੀਂ ਬਹੁਤ ਆਨੰਦ ਮਾਣਿਆ ਜੀ। ਕੋਈ ਇਹੋ ਜਿਹਾ ਵਿਧਾਇਕ ਨਹੀਂ ਜਿਹੜਾ ਮੈਨੂੰ ਨਹੀਂ ਜਾਣਦਾ। ਮੋਸਟਲੀ ਮੈਨੂੰ ਪਿਆਰ ਕਰਨ ਵਾਲੇ ਨੇ ਕਾਂਗਰਸ ਦੇ ਸਾਰੇ ਵਿਧਾਇਕ। ਅੱਜ ਵੀ ਮੈਨੂੰ ਮੇਰੇ ਪਿਆਰ ਕਰਨ ਵਾਲੇ ਵਿਧਾਇਕਾਂ ਦਾ ਮੈਨੂੰ ਅੱਜ ਵੀ ਫੋਨ ਆਇਆ ਵੀ ਤੂੰ ਇਹ ਕੰਮ ਨਾ ਕਰ, ਅਸੀਂ ਤੇਰੇ ਨਾਲ ਆ, ਦੱਸ ਤੈਨੂੰ ਕੀ ਚਾਹੀਦਾ, ਕੀ ਗੱਲ ਹੋ ਗਈ ਇਹੋ ਜੀ ਜਿਹੜਾ ਤੂੰ ਇਹ ਸਟੈਪ ਲੈ ਰਿਹਾ, ਤੂੰ ਇਹ ਨਾ ਕਰ। ਜਿਹੜੇ ਕਿ ਮੇਰੇ ਹਲਕੇ ਦੇ ਵੀ ਨਹੀਂ ਹੈਗੇ। ਅੱਛਾ ਜੀ। ਮੇਰੇ ਹਲਕੇ ਦੇ ਵਿਧਾਇਕ ਨਾਲ ਉਹਨਾਂ ਦਾ ਸਪੈਸ਼ਲ ਫੋਨ ਆਇਆ। ਪਰ ਜਿਹੜਾ ਮੇਰਾ ਪਿਆਰ ਹੈ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਸਰਦਾਰ ਇੰਦਰਬੀਰ ਸਿੰਘ ਬੁਲਾਰੀਆ ਤੋਂ ਲੈ ਕੇ ਸੁਖਪਾਲ ਭੁੱਲਰ ਤੋਂ ਲੈ ਕੇ ਜਿੰਨੇ ਵੀ ਰੋਡ ਤੇ ਲੱਗਦੇ ਨੇ, ਹਾਈਵੇ ਤੇ ਵਿਧਾਇਕ ਨੇ ਮੇਰੇ, ਸਾਰੇ ਮੇਰੇ ਮਿੱਤਰ ਨੇ, ਟੱਚਵੁੱਡ, ਤੇ ਉਹਨਾਂ ਨਾਲ ਮੇਰਾ ਪਿਆਰ ਸੀ। ਪਰ ਗੱਲ ਕੀ ਹੋਈ ਵੀ ਜਦੋਂ ਮੇਰੇ ਤੇ ਵਿਪਤਾ ਪਈ, ਜਦੋਂ ਮੈਂ ਲੁਧਿਆਣੇ ਦੇ ਵਿੱਚ ਮੇਰੇ ਤੇ ਕੋਈ ਫਾਈਨੈਂਸ਼ੀਅਲੀ ਮੇਰੇ ਪੈਸੇ ਫਸੇ ਤੇ ਮੈਂ ਇੱਕ ਦੀ ਜ਼ਮੀਨ ਦੀ ਸੌਦਾ ਕੀਤਾ ਤੇ ਉਹਦੇ ਤੇ ਕੋਈ ਕਬਜ਼ੇ ਦਾ ਕੋਈ ਮੇਰੇ ਤੇ ਬੰਦੇ ਨੇ ਕਬਜ਼ਾ ਕੀਤਾ, ਤਾਂ ਮੈਂ ਆਪਦੇ ਦੋਸਤਾਂ ਕੋਲੇ ਗਿਆ। ਮੈਂ ਕਿਹਾ ਯਾਰ ਵੀ ਮੇਰੀ ਮਦਦ ਕਰੋ, ਵੀ ਐਵੇਂ ਮੇਰੇ ਤੇ ਮੇਰਾ ਧੱਕਾ ਹੋ ਰਿਹਾ ਮੇਰੇ ਨਾਲ। ਕਦੋਂ ਦੀ ਗੱਲ ਹੈ ਇਹ? 2018 ਤੋਂ ਸ਼ੁਰੂ ਹੋਇਆ ਜੀ, 2019 20 21 ਦੀ ਗੱਲ ਹੈ। ਤੁਹਾਡੀ ਆਪਣੀ ਹੀ ਸਰਕਾਰ 'ਚ ਤੁਹਾਡੀ ਹੀ ਜ਼ਮੀਨਾਂ ਤੇ ਕਬਜ਼ੇ ਹੋ ਗਏ? ਮੈਂ ਇੱਕ ਜਗ੍ਹਾ ਲਈ, ਉਸ ਜਗ੍ਹਾ ਤੇ ਜਦੋਂ ਮੈਂ ਜਾ ਕੇ ਕੰਮ ਸ਼ੁਰੂ ਕਰਾਉਣ ਲੱਗਿਆ ਤਾਂ ਸਾਡੇ ਭਾਰਤ ਭੂਸ਼ਣ ਜੀ ਜਿਹੜੇ ਲੁਧਿਆਣਾ ਦੇ ਸੀਐਮ ਨੇ, ਲੁਧਿਆਣਾ ਦੇ ਸੀਐਮ ਕਾਂਗਰਸ ਦੇ, ਉਹ ਨੇ, ਉਹ ਤੁਹਾਨੂੰ ਦੱਸੂਗਾ ਕਿਉਂ ਨੇ। ਉਹਨਾਂ ਨੇ ਉੱਥੇ ਮੈਨੂੰ ਪੋਜੈਸ਼ਨ ਨਹੀਂ ਲੈਣ ਦਿੱਤਾ, ਹੰਬੜਾ ਰੋਡ ਤੇ ਲੁਧਿਆਣਾ ਦੇ ਗਿੱਲ ਕੌਂਸਟੀਚੁਐਂਸੀ ਦੀ ਜਗ੍ਹਾ। ਪਰ ਉਹ ਕਹਿੰਦੇ ਨਹੀਂ, ਇਹ ਮੇਰਾ ਹਲਕਾ ਤਾਂ ਨਹੀਂ ਹੈਗਾ, ਪਰ ਇੱਥੇ ਦਾਦਾਗਿਰੀ ਮੇਰੀ ਚੱਲਦੀ ਹੈ, ਤੂੰ ਇੱਥੇ ਕਬਜ਼ਾ ਨਹੀਂ ਲੈ ਸਕਦਾ। ਤੇ ਮੈਂ ਆਪਦੇ ਦੋਸਤਾਂ ਨੂੰ ਕਿਹਾ, ਮੈਂ ਕਿਹਾ ਨਹੀਂ ਤੁਸੀਂ ਕੋਈ ਡਿਸਪਿਊਟਡ ਲੈਂਡ ਖਰੀਦੀ ਹੋਵੇ ਜਾਂ ਇਹੋ ਜਿਹੀ ਕੋਈ ਲੈਂਡ ਉਹਨਾਂ ਦੇ ਖਾਸ ਦੋਸਤ ਦੀ, ਜਾਂ ਤੁਸੀਂ ਕਿਸੇ ਦੇ ਸਰਪੰਚ ਹੋ, ਕਹਿੰਦੇ ਸਰਦਾਰੀ ਪੂਰੀ ਹੁੰਦੀ ਸੀ, ਆਪਾਂ ਨੇ ਕਿਸੇ ਨੂੰ ਧੌਣ ਨੱਪ ਕੇ ਸੋਚੀਏ ਕਿ ਲੈ ਲਈ। ਗੱਲ ਸਿਰਫ ਹੈਗੀ ਹੈ ਜੀ ਇੱਥੇ ਈਗੋ ਦੀ। ਉਹਨਾਂ ਨੂੰ ਈਗੋ ਫਸ ਜਾਂਦੀ ਹੈ, ਠੀਕ ਹੈ ਨਾ ਜੀ। ਉਹ ਈਗੋ ਫਸਾ ਲੈਂਦੇ ਨੇ ਵੀ ਇਹ ਲੁਧਿਆਣੇ ਦਾ ਬੰਦਾ, ਇਹਦੇ ਸਾਰੇ ਮਿੱਤਰ ਪੰਜਾਬ ਦੇ ਨੇ, ਇਹ ਸਾਡੇ ਕੋਲੇ, ਸਾਡੇ ਥੱਲੇ ਦੀ, ਸਾਡੇ ਨੇੜੇ ਕਿਉਂ ਨਹੀਂ ਆਉਂਦਾ। ਅਸਲ 'ਚ ਇਹ ਈਗੋ ਹੈ। ਹੁਣ ਮੇਰੇ ਦੋਸਤਾਂ ਨੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਅਗਲੇ ਨੂੰ ਇਹ ਲੱਗਦਾ ਕਿ ਇਹ ਮੈਨੂੰ ਸਲੂਟ ਕਿਉਂ ਨਹੀਂ ਮਾਰਦਾ? ਜੇ ਤੁਸੀਂ ਉਹਨਾਂ ਨੂੰ ਸੀਐਮ ਕਹਿ ਦਿੱਤਾ ਤੇ ਤੁਹਾਨੂੰ ਇਹ ਲੱਗਿਆ ਕਿ ਉਹ ਮੈਨੂੰ ਕਿਉਂ ਨਹੀਂ ਪੁੱਛਦਾ? ਬਸ ਉਹ ਆਏ। ਇੱਕ ਮੇਰਾ ਫਾਈਨਾਂਸ ਦਾ ਵੀ ਕੰਮ ਹੈ। ਜਦੋਂ ਮੇਰੇ ਪੈਸੇ ਫਸੇ ਤੇ ਮੈਂ ਉਦੋਂ ਆਪਦਾ ਇੱਕ FIR ਕਰਾ ਕੇ ਸਾਰਾ ਕੁਝ, ਅਸੀਂ ਮੇਰੀ ਫਰਮ ਹੈ, ਮੇਰੀ ਫਰਮ ਦੇ ਪੈਸੇ ਫਸੇ, ਪਰ ਮੈਂ ਡਾਇਰੈਕਟਰ ਹਾਂ ਉਸ ਫਰਮ ਦਾ। ਤੇ ਜਦੋਂ ਅਸੀਂ FIRਾਂ ਕਰਾਈਆਂ ਤੇ ਜਦੋਂ ਅਸੀਂ ਪੈਸੇ ਕਢਾਉਣ ਲੱਗੇ, ਤੇ ਪਹਿਲੀ ਗੱਲ ਤਾਂ ਸੱਟੇ ਬਾਜ਼ਾਰਾਂ ਨਾਲ ਇਹਨਾਂ ਦਾ ਕੰਮ ਚੱਲਦਾ। ਜਿਹੜਾ ਲੁਧਿਆਣੇ ਦਾ ਸਭ ਤੋਂ ਵੱਡਾ ਸੱਟਾ, ਹਾਂਜੀ, ਉਹ ਭਾਰਤ ਭੂਸ਼ਣ ਜੀ ਆਸ਼ੂ ਜੀ ਦੀ ਕਿਰਪਾ ਤੇ ਦ੍ਰਿਸ਼ਟੀ ਨਾਲ ਚੱਲਦਾ। ਮਤਲਬ ਤੁਸੀਂ ਕਹਿ ਰਹੇ ਹੋ ਭਾਰਤ ਭੂਸ਼ਣ ਆਸ਼ੂ ਜਿਹੜੇ ਆਪਣੇ ਮੰਤਰੀ ਹੈਗੇ ਆ, ਮੈਂ ਜੇ ਗਲਤ ਨਹੀਂ ਸੁਣ ਰਿਹਾ ਤਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਵੀ ਸੱਟੇਬਾਜ਼ਾਂ ਨਾਲ ਲਿੰਕ ਹੈ? ਨਹੀਂ, ਤੁਹਾਨੂੰ ਇਹ ਪਤਾ ਨਹੀਂ ਇਹ ਗੱਲ ਦਾ? ਨਹੀਂ ਭਾਜੀ, ਮੈਨੂੰ ਨਹੀਂ ਪਤਾ, ਸੌਰੀ। ਮਤਲਬ
ਤੁਸੀਂ ਪੱਤਰਕਾਰ ਕਾਹਦੇ ਹੋ, ਤੁਹਾਨੂੰ ਵੀ ਪਤਾ ਹੈ, ਪਰ ਚਲੋ ਮੈਂ ਦੱਸ ਦਿੰਦਾ। ਸਭ ਤੋਂ ਸਾਰਾ ਸੱਟੇਬਾਜ਼ਾਂ ਤੋਂ ਲੈ ਕੇ ਹਰ ਇੱਕ ਕੰਮ ਤੋਂ ਲੈ ਕੇ ਜਿਹੜਾ ਵੀ ਕੰਮ ਹੁੰਦਾ ਲੁਧਿਆਣੇ ਦੇ ਵਿੱਚ ਜੀ, ਮਤਲਬ ਜਿਹੜਾ ਉਹਨਾਂ ਨੂੰ ਜਾ ਕੇ ਸਲਾਮ ਠੋਕ ਕੇ ਆਉਂਦਾ ਤੇ ਕਹਿੰਦਾ ਤੋਹਫਾ ਕਬੂਲ ਕਰੋ ਪੈਂਟ ਲਾ ਕੇ, ਉਹ ਠੀਕ ਹੈ। ਤੇ ਜਿਹੜਾ ਕਹਿੰਦਾ ਵੀ ਨਹੀਂ ਜੀ ਮੈਂ ਵੀ ਕਾਂਗਰਸੀ ਹਾਂ ਪਰ ਮੇਰੇ ਹੋਰ ਵੀ ਪਿਆਰ ਕਰਨ ਵਾਲੇ ਮੈਨੂੰ ਹੈਗੇ ਨੇ, ਤੇ ਤੁਹਾਡੇ ਹਲਕੇ 'ਚ ਮੇਰਾ ਕੋਈ ਲੈਣਾ ਦੇਣਾ ਨਹੀਂ, ਤੁਹਾਡੇ ਹਲਕੇ 'ਚ ਮੇਰਾ ਕੋਈ ਲੈਣਾ ਦੇਣਾ ਨਹੀਂ, ਤੁਹਾਡੇ ਹਲਕੇ ਦਾ ਕੋਈ ਕੰਮ ਨਹੀਂ, ਪਰ ਮੈਂ ਕੰਮ ਕਰਨਾ, ਮੇਰੇ ਦੋਸਤ ਮਿੱਤਰ ਨੇ, ਮੈਂ ਵੀ ਜੀਣਾ, ਮੈਂ ਵੀ ਆਪਦਾ ਕੰਮ ਕਰਨਾ, ਮੈਨੂੰ ਵਪਾਰ 'ਚ ਨਾ ਨੁਕਸਾਨ ਕਰਾਓ। ਤੇ ਕਰਦੇ ਕਰਦੇ ਫਿਰ ਉਸ ਤੋਂ ਬਾਅਦ ਲੁਧਿਆਣੇ ਦੀ ਕਾਂਗਰਸ ਬਦਲੀ। ਸਾਡੇ ਮੇਰੇ ਦੋਸਤ ਨੇ, ਮੈਂ ਦੋ ਕੁ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੂੰਗਾ, ਬੜੀਆਂ ਉਹ ਨੇ, ਪਰ ਤੁਸੀਂ ਆਪਾਂ ਸ਼ਾਰਟ ਵੀ ਕਰਨਾ। ਮੇਰੇ ਦੋਸਤ ਨੇ ਲੁਧਿਆਣਾ ਤੋਂ ਚੇਅਰਮੈਨ ਨੇ ਕੇ ਬਾਵਾ ਜੀ, ਉਹਨਾਂ ਦੇ ਨਾਲ ਅਸੀਂ ਇੱਕ ਸੀਨੀਅਰ ਅਫਸਰ ਕੋਲੇ ਗਏ, ਕੋਈ ਬਾਵਾ ਜੀ ਦਾ ਕੰਮ ਸੀ ਜੀ, ਮੈਂ ਸੀ, ਬਾਵਾ ਜੀ ਸੀ, ਇੱਕ ਮੇਰੇ ਦੋਸਤ ਸੀ, ਅਸੀਂ 3 ਜਣੇ ਗਏ ਅਫਸਰ ਕੋਲ, ਅਸੀਂ ਅੰਦਰ ਬੈਠੇ ਜੀ, ਅਸੀਂ ਆਪਦੀ ਫੀਲਿੰਗ 'ਚ ਵੀ ਸਰਕਾਰ ਸਾਡੀ ਹੈ ਵੀ ਕੰਮ ਕਰੀਏ। ਤੇ ਅੱਗੇ ਜਿਹੜਾ ਅਫਸਰ ਸੀ ਉਹ ਕਹਿੰਦਾ ਵੀ ਬਾਵਾ ਜੀ ਕੰਮ ਤੁਹਾਡਾ ਹੋ ਜਾਊਗਾ, ਮੈਨੂੰ ਮਮਤਾ ਆਸ਼ੂ ਜੀ ਤੋਂ ਫੋਨ ਕਰਾ ਦਿਓ। ਤਾਂ ਸਾਨੂੰ ਬੜਾ ਧੱਕਾ ਲੱਗਿਆ, ਬਾਵਾ ਜੀ ਨੂੰ ਵੀ ਬੜਾ ਧੱਕਾ ਲੱਗਿਆ। ਕੈਪਟਨ ਅਮਰਿੰਦਰ ਸਿੰਘ CM ਸੀ, ਅਸੀਂ ਜਾ ਕੇ ਰੌਲਾ ਪਾਇਆ, ਸਭ ਕੁਛ। ਕਦੋਂ ਦੀ ਗੱਲ ਹੈ ਇਹ? ਜਦੋਂ CM ਸਾਹਿਬ ਕੈਪਟਨ ਅਮਰਿੰਦਰ ਸਿੰਘ ਸੀਗੇ ਜਦੋਂ ਪੰਜਾਬ ਦੇ, ਉਦੋਂ ਦੀ ਗੱਲ ਹੈ। ਸੈਪਟੰਬਰ ਤੱਕ ਦੀ ਗੱਲ ਹੈ? ਇਹ ਪੁਰਾਣੀ ਗੱਲ ਹੈ ਜੀ, ਇਹ ਪਿਛਲੇ ਸਾਲ ਦੀ ਗੱਲ ਹੈ, ਇਹ ਕੋਵਿਡ ਤੋਂ ਪਹਿਲਾਂ ਦੀ ਗੱਲ ਹੈ, ਕੋਵਿਡ ਤੋਂ ਪਹਿਲਾਂ ਦੀ ਗੱਲ ਹੈ, 2019 ਦੀ, 19 ਜੂਨ ਜੁਲਾਈ ਦੀ। ਤੇ ਸਾਨੂੰ ਬੜਾ ਧੱਕਾ ਲੱਗਿਆ, ਮੈਂ ਕਿਹਾ ਯਾਰ ਇਹ ਤਾਂ ਕੋਈ ਗੱਲ ਨਹੀਂ ਬਣੀ ਵੀ, ਇਹ ਤਾਂ ਕੀ ਕਰੀਏ। ਫਿਰ ਮੇਰਾ ਜਦੋਂ ਜ਼ਮੀਨ ਦਾ ਰੌਲਾ ਆਇਆ, ਮੈਨੂੰ ਕੋਰਟ ਤੋਂ ਵੀ ਕੋਰਟ ਦਾ ਆਰਡਰ ਮੇਰੇ ਕੋਲੇ ਹੈ, ਕੋਰਟ ਕਹਿੰਦੀ ਜਾ ਕੇ ਆਪਦਾ ਪੋਜੈਸ਼ਨ ਲੈ, ਪੁਲਿਸ ਕਹਿੰਦੀ ਆਸ਼ੂ ਜੀ ਤੋਂ ਫੋਨ ਕਰਾ, ਪੋਜੈਸ਼ਨ ਤਾਂ ਮਿਲੂਗਾ। ਕਿੰਨੀ ਕੁ ਜ਼ਮੀਨ ਸੀ ਤੁਹਾਡੀ? ਉਹ ਕਮਰਸ਼ੀਅਲ ਜ਼ਮੀਨ ਸੀ, 600 ਗਜ ਸੀ। ਅੱਛਾ, ਮਤਲਬ ਸਿਰਫ ਇੱਕ 600 ਗੱਜ ਜ਼ਮੀਨ ਦੇ ਲਈ ਇੰਨਾ ਵੱਡਾ ਡਿਸਪਿਊਟ ਖੜਾ ਹੋ ਗਿਆ? ਹਾਂ, ਕੀਮਤੀ ਜ਼ਮੀਨ ਸੀ, ਹਮੜਾ ਰੋਡ ਦੀ 600 ਗਜ ਦੀ ਕਮਰਸ਼ੀਅਲ ਜ਼ਮੀਨ ਸੀ। ਤੇ ਮੈਂ ਜਦੋਂ ਗਿਆ ਸਮੀਰ ਵਰਮਾ ਜੀ ਕੋਲੇ, ਮੈਂ ਕਿਹਾ ਮੇਰੇ ਪੇਪਰ ਚੈੱਕ ਕਰੋ, ਮੇਰੇ ਸਭ ਕੁਝ ਚੈੱਕ ਕਰੋ, ਮੈਨੂੰ ਕਿਹੜੇ ਬਿਹਾਫ ਤੇ ਰੋਕਿਆ, ਮੈਨੂੰ ਉਹ ਤਾਂ ਦੱਸੋ। ਇੱਕ ਫਰਜ਼ੀ ਕੰਪਲੇਂਟ ਜੀ ਲੈ ਲਈ ਮੇਰੇ ਤੇ, ਉਹ ਕੰਪਲੇਂਟ ਜੀ ਲੈ ਕੇ ਵੀ ਉਹਨੇ ਇਹ ਹਥਿਆਰ ਲੈ ਕੇ ਆ ਗਿਆ, ਇਹ ਲੈ ਕੇ ਆ ਗਿਆ, ਫਲਾਣਾ ਲੈ ਕੇ। ਮੈਂ ਯਾਰ ਇਹ ਕੋਈ ਗੱਲਾਂ ਹੈ, ਕੋਈ ਕਰਨ ਵਾਲੀ ਗੱਲ ਕਰੋ। ਮੈਂ ਆਪਦੀ ਜ਼ਮੀਨ ਤੇ ਆਇਆ, ਮੈਂ ਕੰਧ ਕਰਨ ਲੱਗਿਆ, ਮੈਨੂੰ ਹੀ ਪੁਲਿਸ ਰੋਕੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਮੇਰਾ ਫਾਈਨੈਂਸ਼ੀਅਲ, ਅਸੀਂ ਇੱਕ ਪਰਚਾ ਕਰਾਇਆ 2019 'ਚ, ਅਸੀਂ ਇੱਕ ਪਰਚਾ ਕਰਾਇਆ। ਅਸੀਂ ਮੇਰੇ 3-4 ਅਸੀਂ ਪਾਰਟਨਰ ਆ, ਉਹ ਸਾਡੇ ਪੈਸੇ ਫਸੇ ਹੋਏ ਨੇ, ਇਕੱਠੇ ਪੈਸੇ ਫਸੇ ਹੋਏ ਨੇ। ਜਦੋਂ ਅਸੀਂ ਉਹ ਪਰਚਾ ਕਰਾਇਆ ਇੱਕ ਬੰਦੇ ਤੇ, ਸ਼ਹਿਰ ਦਾ ਇੱਕ ਲੁਟੇਰਾ ਜਿਹਨੇ ਬਹੁਤ ਵੱਡਾ ਠੱਗੀਆਂ ਮਾਰੀਆਂ ਨੇ, ਜਦੋਂ ਉਹ 'ਤੇ ਅਸੀਂ ਪਰਚਾ ਕਰਾਇਆ, ਸਾਡਾ ਪਰਚਾ ਹੋ ਗਿਆ 3 ਇਨਕੁਆਇਰੀਆਂ, 3 IPS ਅਫਸਰਾਂ ਦੀਆਂ ਇਨਕੁਆਇਰੀਆਂ, DA ਲੀਗਲ ਦੀ ਰਿਪੋਰਟ, ਉਸ ਤੋਂ ਬਾਅਦ ਸਾਰੇ SHO ਦੀ ਰਿਪੋਰਟ, DSP ਦੀ ਰਿਪੋਰਟ, ADCP ਦੀ ਰਿਪੋਰਟ, ਜੁਆਇੰਟ ਕਮਿਸ਼ਨਰ ਦੀ ਰਿਪੋਰਟ, DA ਲੀਗਲ ਦੀ ਰਿਪੋਰਟ। ਉਸ ਤੋਂ ਬਾਅਦ ਜਦੋਂ ਪਰਚਾ ਦਰਜ ਹੋਇਆ ਤੇ ਜਦੋਂ ਬੰਦੇ ਨੂੰ ਕੜਿੱਕੀ ਪਾਉਣ ਗਏ, ਜਦੋਂ ਬੰਦੇ ਨੂੰ ਚੱਕਿਆ ਪੁਲਿਸ ਨੇ, ਤੇ ਆਸ਼ੂ ਜੀ ਦਾ ਫੋਨ ਆ ਗਿਆ ਵੀ ਨਾ ਜੀ ਇਹ ਬੰਦਾ ਤਾਂ ਛੱਡੋ। ਕਿਹੜਾ ਬੰਦਾ ਸੀਗਾ ਉਹ? ਚਲੋ ਆਪਾਂ ਕਾਹਨੂੰ, ਮੈਂ ਉਹ ਸਾਰਿਆਂ ਨੂੰ ਹੀ ਪਤਾ, ਸਾਰੇ ਸ਼ਹਿਰ ਨੂੰ ਪਤਾ, ਪਰ ਮੈਂ ਇੰਨਾ ਵੀ ਮੈਂ ਗਿਰਿਆ ਨਹੀਂ, ਮੈਂ ਉਹਦਾ ਨਾਮ ਲੈ ਕੇ ਮੀਡੀਆ 'ਚ ਮੈਂ ਉਹਨੂੰ ਐਡਾ ਵੱਡਾ ਬਣਾਦਾ, ਜਿਹੜਾ ਚੋਰ ਬੇਈਮਾਨ ਆਦਮੀ ਹੈ, ਉਹਦਾ ਆਪਾਂ ਕੀ ਜ਼ਿਕਰ ਕਰਨਾ। ਜਦੋਂ ਅਸੀਂ ਇੰਨਾ ਕਿ ਤਾਂ ਦੱਸ ਦਿਓ। ਹਲਕੇ ਇੱਥੇ ਲੁਧਿਆਣਾ ਤੁਰਿਆ ਫਿਰਦਾ, ਪਤਾ ਨਹੀਂ ਠੱਗ ਹੈਗੇ ਨੇ ਇੱਥੇ, ਕਈ ਤੁਰੇ ਫਿਰਦੇ ਨੇ। ਤੇ ਮੈਂ ਆਪਦੇ ਦੋਸਤਾਂ ਨੂੰ ਕਿਹਾ ਵੀ ਯਾਰ ਮੇਰੀ ਮਦਦ ਕਰੋ, ਮੈਂ ਜੈਨੂਇਨ ਪੈਸੇ ਲੈਣੇ ਆ, ਮੈਂ ਤਾਂ, ਮੇਰਾ ਕਸੂਰ ਕੀ ਹੈ, ਜਾਂ ਤਾਂ ਮੈਂ ਕੋਈ ਠੱਗੀ ਮਾਰੀ ਹੋਵੇ, ਕੋਈ ਚੋਰੀ ਕੀਤੀ ਹੋਵੇ, ਉਹਦੇ 'ਚ ਕਰਦੇ ਕਰਾਉਂਦੇ ਸਾਰਾ ਕੁਝ ਹੋਇਆ। ਮੇਰੇ ਦੋਸਤ ਵਿਚਾਰੇ ਪਏ, ਪੂਰਾ ਪ੍ਰੈਸ਼ਰ ਪਾ ਲਿਆ। ਐਂਡ ਤੇ ਆ ਕੇ ਮੈਂ CM ਜਦੋਂ ਚਰਨਜੀਤ ਚੰਨੀ ਆਏ, ਮੈਂ ਆਪਦੇ ਦੋਸਤਾਂ ਨੂੰ, 2 ਵਿਧਾਇਕਾਂ ਨੂੰ, ਇੱਕ ਕੈਬਨਿਟ ਮੰਤਰੀ ਨੂੰ ਲੈ ਕੇ ਮੈਂ ਗਿਆ CM ਕੋਲੇ, ਤੇ ਮੈਂ ਕਿਹਾ ਜੀ, ਮਤਲਬ ਤੁਸੀਂ ਕਹਿ ਰਹੇ ਹੋ, ਪਹਿਲਾਂ ਤਾਂ ਮੈਂ ਥੋੜਾ ਜਿਹਾ ਪੁੱਛਣਾ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਤਾਂ ਸੁਣਵਾਈ ਹੋਈ ਨਹੀਂ ਹੋਈ, ਤੁਸੀਂ ਕਹਿ ਰਹੇ ਹੋ, ਤੇ ਉਸ ਤੋਂ ਬਾਅਦ ਜਦੋਂ CM ਬਦਲੇ ਤੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਤੱਕ ਵੀ ਅਪਰੋਚ ਕੀਤੀ ਸੀਗੀ ਉਹਨਾਂ ਦੇ? ਉਦੋਂ ਬਿਨਾਂ ਕਿੱਥੇ, ਉਦੋਂ ਬਿਨਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਨੂੰ ਨੋਟਿਸ 'ਚ ਸੀਗਾ, ਪਰ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਮੇਰੇ ਕੰਨ ਜੇ ਨਹੀਂ ਗਲਤ ਸੁਣ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਮਤਲਬ ਨੂੰ ਪਤਾ ਸੀਗਾ, ਤੁਸੀਂ ਉਹਨਾਂ ਨੂੰ ਜਾ ਕੇ ਦੱਸਿਆ ਕਿ ਤੁਹਾਡੇ ਮੰਤਰੀ ਜੀ, ਵਜ਼ੀਰ ਇੱਦਾਂ ਕਰ ਰਹੇ, ਮੇਰੇ ਨਾਲ ਧੱਕਾ ਹੋ ਰਿਹਾ, ਤੇ ਉਹਨਾਂ ਨੇ ਕੁਝ ਨਹੀਂ ਕੀਤਾ, ਉਲਟਾ ਤੁਹਾਨੂੰ ਹੀ ਚੁੱਪ ਕਰਨਾ ਪੈ ਗਿਆ ਤੁਹਾਡੀ ਆਪਣੀ ਜ਼ਮੀਨ ਲਈ? ਨਹੀਂ, ਬਿਲਕੁਲ
ਬਿਲਕੁਲ। ਮੈਂ ਦੱਸੋ ਕੀ ਤੋਂ ਫੋਨ ਨਹੀਂ ਕਰਾਇਆ। ਮੈਂ ਥੋੜਾ ਤਾਂ- ਜਿਹਾ ਸਰ, ਮੈਂ- ਥੋੜਾ ਜਿਹਾ ਤਾਂ ਤੁਸੀਂ ਘੱਟ, ਮਤਲਬ ਮੈਂ ਸੌਰੀ ਟੂ ਸੇ, ਮੈਨੂੰ ਐ ਲੱਗਦਾ ਹੈ ਇੰਨਾ ਵੀ ਹੰਧੇਰ ਨਗਰੀ ਚੌਪਟ ਰਾਜਾ ਨਹੀਂ ਹੈ। ਮਤਲਬ ਠੀਕ ਹੈ, ਤੁਹਾਡੀ ਕੋਈ, ਮੈਨੂੰ ਲੱਗਦਾ ਮੰਤਰੀ ਆਸ਼ੂ ਜੀ ਨਾਲ ਕੋਈ ਟਸਲ, ਕੋਈ ਲਾਗਬਾਜੀ ਨਹੀਂ, ਕੋਈ ਹੋ ਗਈ ਹੋਣੀ, ਉਹ- ਪਰ ਇੰਨਾ ਝੂਠ ਤਾਂ ਨਾ ਬੋਲੀਏ ਭਾਜੀ ਕਿ ਬੰਦਾ ਵਿਸ਼ਵਾਸ ਕਰਨ ਤੋਂ ਪਹਿਲਾਂ, ਮਤਲਬ ਉਹ ਕਹਿੰਦੇ ਨਾ, ਉਹ ਕਹਿੰਦਾ ਇਹੋ ਜਿਹੀ ਕੋਈ ਗੱਲ ਹੋ ਜਾਂਦੀ ਬੰਦਾ ਆਪਣੇ ਆਪ ਨੂੰ ਥੱਪੜ ਮਾਰ ਕੇ ਦੇਖਦਾ। ਹੁਣ ਮੈਂ ਇੰਟਰਵਿਊ ਚੱਲ ਰਹੀ ਹੈ, ਮੈਂ ਥੱਪੜ ਤਾਂ ਨਹੀਂ ਮਾਰ ਰਿਹਾ, ਮੈਂ ਥੱਪੜ ਮਾਰਦਾ ਵੀ ਨਹੀਂ ਚੰਗਾ ਲੱਗਦਾ ਜੀ। ਹਾਂ ਨਹੀਂ, ਥੱਪੜ ਤਾਂ ਚਾਹੇ ਤੁਸੀਂ ਮਾਰ ਲਓ ਚਾਹੇ ਮੈਂ ਮਾਰ ਲਾਂ। ਹਾਂ ਕਹਾਵਤ ਹਾਂ, ਹੁੰਦੀ ਉਹ ਚਾਹੇ ਮੈਂ ਮਾਰ ਲਾਂ ਚਾਹੇ ਤੁਸੀਂ ਤੁਸੀਂ ਸੁਣ ਰਹੇ ਹੋ। ਬਿਲਕੁਲ ਸੱਚ ਸੁਣ ਰਹੇ ਹੋ ਜੀ। ਮੈਨੂੰ ਕੀ ਲੋੜ ਆ ਝੂਠ ਮਾਰਨ ਦੀ। ਇੰਨੀਆਂ ਘਟਨਾਵਾਂ ਹੋਣ ਦੇ ਬਾਵਜੂਦ ਮੈਂ ਇੰਨੇ ਆਪਦੇ ਜਿਗਰੀ ਯਾਰਾਂ ਨੂੰ ਛੱਡ ਕੇ ਤੇ ਮੈਂ ਬੀਜੇਪੀ 'ਚ ਆਇਆ, ਕਿਉਂਕਿ ਜੇ ਉਹਨਾਂ ਦੇ ਰਹਿੰਦੇ ਹੋਏ ਉਹਨਾਂ ਦੇ ਉਹ ਮੈਨੂੰ ਇਨਸਾਫ ਨਹੀਂ ਦਿਵਾ ਪਾਏ ਆਪਣੇ ਕਾਂਗਰਸ ਪਾਰਟੀ ਤੋਂ, ਕਾਂਗਰਸ ਦੇ ਮੁੱਖ ਮੰਤਰੀ ਤੋਂ। ਮੀਡੀਆ ਨੂੰ ਵੀ ਨਹੀਂ ਮਤਲਬ ਨੌਕ ਕੀਤਾ। ਅੱਜ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਲੈਟਸ ਸੇ ਤੁਹਾਡਾ ਇੰਨਾ ਰਸੂਖ, ਇੰਨੇ ਪੁਰਾਣੇ, ਤੁਸੀਂ ਸਰ ਇੱਕ ਪੁਸ਼ਤੈਨੀ ਪਾਰਟੀ ਛੱਡਤੀ, ਮਤਲਬ ਸਿਰਫ ਇੱਕ ਬੰਦੇ ਕਰਕੇ ਤੁਸੀਂ ਮਤਲਬ ਕਹਿ ਰਹੇ ਹੋ ਕਿ ਮੈਂ ਪੁਸ਼ਤੈਨੀ। ਤੁਹਾਡੇ ਦਾਦਾ ਜੀ ਦੀ ਸ਼ਹਾਦਤ, ਜਿਹਨੂੰ ਇੱਕ ਗਰਵ ਹੁੰਦਾ ਬੰਦਾ ਕਹਿੰਦਾ, ਠੀਕ ਹੈ। ਅਸੀਂ ਦੇਖਦੇ ਹਾਂ ਪਾਂਡੇ ਪਰਿਵਾਰ, ਅਸੀਂ ਦੇਖਦੇ ਹਾਂ ਹੋਰ ਪਰਿਵਾਰ ਜਿਨ੍ਹਾਂ ਨੂੰ ਸ਼ਹਾਦਤਾਂ ਕਰਕੇ ਕਿੱਥੇ ਮਿਲ ਗਈ। ਸ਼ਹਾਦਤਾਂ ਉਹ ਸੁਣਦਾ ਜੀ, ਸ਼ਹਾਦਤਾਂ ਦਾ ਮੁੱਲ ਉਹ ਬੰਦਾ ਪਾਉਂਦਾ ਜਿਹਨੇ ਆਪ ਦੁੱਖ ਵੰਡਾਇਆ ਹੋਵੇ। ਇਹਨਾਂ ਨੇ ਤਾਂ ਆਪ ਬੰਬ ਚਲਵਾਏ ਨੇ। ਪੰਜਾਬ ਪੁਲਿਸ 'ਚ ਪਰਚਾ ਦਰਜ ਹੈ ਕਿ ਨਹੀਂ ਦਰਜ, ਤੁਸੀਂ ਦੱਸ ਦਿਓ। ਉਹ ਤਾਂ ਨਹੀਂ ਝੂਠ ਬੋਲ ਰਿਹਾ ਮੈਂ ਜੀ। ਹਾਂ, ਹਜ਼ਾਰਾਂ ਕਰੋੜਾਂ ਦੇ ਜਿਹੜੇ ਘਪਲੇ ਹੋਏ ਨੇ, CBI ਦੀ ਜਾਂਚ ਨਾ ਕਰਵਾਈ ਤਾਂ ਤੁਹਾਡੇ ਸਾਹਮਣੇ ਆ, ਜਿੱਥੇ ਮਰਜ਼ੀ ਜਾ ਕੇ ਫੜ ਲਿਓ। ਮੈਂ ਤਾਂ ਇੱਥੇ ਹੀ ਰਹਿਣਾ। ਹਜੇ ਤਾਂ ਸਿਰਫ ਇੱਕ 2000 ਤੁਸੀਂ ਉਹਨਾਂ ਨੂੰ ਸੀਐਮ ਕਹਿੰਦੇ ਹੋ, ਇੱਕ ਪਾਸੇ ਤੁਸੀਂ ਉਹਨਾਂ ਨੂੰ ਸੀਐਮ ਕਹਿੰਦੇ ਹੋ, ਤੁਸੀਂ ਇੱਕ ਪਾਸੇ ਤੁਹਾਨੂੰ ਡਰ ਨਹੀਂ ਲੱਗਦਾ ਤੁਸੀਂ ਇੰਨਾ ਕੁਝ ਬੋਲਦੇ ਪਏ ਹੋ? ਡਰ ਕਾਹਦਾ? ਡਰ ਸੀਗਾ। ਮੈਂ ਆਪਦਾ ਖੁੱਲ੍ਹ ਕੇ ਬੋਲਿਆ, ਮੈਂ ਕੋਈ ਸੱਚ ਬੋਲਿਆ। ਮੈਨੂੰ ਮੇਰੇ ਸਾਹਮਣੇ ਆ ਜਾਣ, ਮੇਰੇ ਨਾਲ ਬੈਠ ਕੇ ਗੱਲ ਕਰਨ। ਜੇ ਰੱਤਾ ਭਰ ਵੀ ਮੇਰੀ ਕਿਸੇ ਗੱਲ 'ਚ ਝੂਠ ਹੋਵੇ। ਸੀਐਮ ਚੰਨੀ ਕੋਲ ਗਏ ਤੇ ਉਦੋਂ ਕੀ ਹੋਇਆ? ਚਲੋ, ਜਦੋਂ ਸੀਐਮ ਚੰਨੀ ਕੋਲੇ ਮੈਂ ਆਪਦੇ 2 ਵਿਧਾਇਕ ਤੇ ਇੱਕ ਮੰਤਰੀ ਨੂੰ ਮੈਂ ਲੈ ਕੇ ਗਿਆ ਵੀ ਆਸ਼ੂ ਜੀ ਨੂੰ ਸਿਰਫ ਫੋਨ ਕਰ ਦਿਓ ਵੀ ਮੇਰੇ ਪਰਚੇ ਦੇ ਵਿੱਚ ਉਹ ਮੈਨੂੰ ਸਿਰਫ ਤੇ ਸਿਰਫ ਆਰਬਿਟ੍ਰੇਸ਼ਨ ਕਰਾ ਦੇਣ। ਆਰਬਿਟ੍ਰੇਸ਼ਨ ਸੀਐਮ ਚੰਨੀ ਨੂੰ ਤੁਸੀਂ ਰਿਕੁਐਸਟ ਲੈ ਕੇ ਗਏ ਕਿ ਆਸ਼ੂ ਜੀ ਨੂੰ ਕਹਿ ਦੇਣ? ਉਹ ਯਾਰ ਕੱਲਾ ਮੈਂ ਨਹੀਂ ਗਿਆ, ਇੱਕ ਵਿਧਾਇਕ, 2 ਵਿਧਾਇਕ, ਇੱਕ ਮੌਜੂਦਾ ਕੈਬਨਿਟ ਮੰਤਰੀ, 4 ਜਣੇ ਅਸੀਂ। ਲੁਧਿਆਣੇ ਦੇ ਸੀਗੇ? ਨਹੀਂ, ਲੁਧਿਆਣੇ ਦੇ ਤਾਂ ਫਿਰ ਲੁਧਿਆਣੇ ਦੇ ਕਿਹੜੇ ਵਿਧਾਇਕ ਨੇ ਜਿਹੜੇ ਵਿਚਾਰੇ ਵਿਧਾਇਕ ਹੋ ਕੇ ਆਪਦੇ ਆਪ ਨੂੰ ਵਿਧਾਇਕ ਨਹੀਂ ਮੰਨਦੇ? ਲੁਧਿਆਣੇ ਤਾਂ ਇੱਕੋ ਹੀ ਸਰਕਾਰ ਆ, ਇੱਕੋ ਸਿੰਗਲ ਵਨ ਮੈਨ ਆਰਮੀ ਹੈ। ਵਿਧਾਇਕਾਂ ਦੀ ਬੇਇੱਜ਼ਤੀ ਕਰ? ਨਹੀਂ, ਬੇਇੱਜ਼ਤੀ ਨਹੀਂ ਮੈਂ ਕਰ ਰਿਹਾ। ਉਹਨਾਂ ਨੂੰ ਆਪ ਨੂੰ ਹੀ ਪਤਾ, ਉਹਨਾਂ ਨੇ ਵਿਚਾਰਿਆਂ ਨੇ 5 ਸਾਲ ਸੰਤਾਪ ਹੀ ਭੋਗਿਆ। ਕੋਈ ਇੱਥੇ ਵਿਧਾਇਕ ਨਹੀਂ, ਕੋਈ ਇੱਥੇ ਕੁਛ ਨਹੀਂ। ਮੈਂ ਮੈਂਬਰ ਪਾਰਲੀਮੈਂਟ ਕੋਲੇ ਗਿਆ, ਮੈਂਬਰ ਪਾਰਲੀਮੈਂਟ ਤੋਂ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ। ਸਾਡਾ ਤਾਂ ਇਹ ਤਾਂ ਸਿਰਫ ਤੁਹਾਨੂੰ ਮੈਂ ਇੱਕ ਆਪਦੀ ਗੱਲ ਦੱਸੀ ਹੈ। ਉਸ ਤੋਂ ਇਲਾਵਾ ਜਿਹੜਾ ਸਾਡੇ ਨਾਲ ਇਹਨਾਂ ਨੇ ਧੱਕਾ ਕੀਤਾ, ਸਾਡਾ ਵਪਾਰ ਚੱਲਦਾ ਸੀਗਾ, ਇਹਨਾਂ ਦੇ ਮਹਿਕਮੇ ਨਾਲ ਚੱਲਦਾ ਸੀ, ਸੰਨ 92 ਤੋਂ ਚੱਲਦਾ ਸੀ। ਮਾਲ ਗੱਡੀਆਂ ਅਸੀਂ ਭਰਦੇ ਹਾਂ ਮੁੱਲਾਂਪੁਰ ਮੰਡੀ 'ਚੋਂ। ਜਦੋਂ ਉਹਦੀ ਟੈਂਡਰਿੰਗ ਵਾਸਤੇ ਅਸੀਂ ਇਹਦੇ ਕੋਲੇ ਗਏ ਤੇ ਇਹ ਬੰਦਾ ਸਾਨੂੰ ਗਿਆ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਟੈਂਡਰ ਤਾਂ ਨਹੀਂ ਦੇਖ ਸਕਦਾ ਕਿਉਂਕਿ ਤੁਸੀਂ ਕਾਂਗਰਸੀ ਨਹੀਂ ਹੈਗੇ। ਸਾਨੂੰ ਕਹਿ ਰਿਹਾ ਵੀ ਇਹ ਤੁਸੀਂ ਕਾਂਗਰਸੀ ਨਹੀਂ। ਕਹਿੰਦਾ ਤੁਸੀਂ ਕਿਹੜੇ ਪਾਸਿਓਂ ਕਾਂਗਰਸੀ ਹੋ ਜਿਹੜਾ ਤੁਹਾਨੂੰ ਮੈਂ ਟੈਂਡਰ ਦੇਵਾਂ? ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਵੀ ਸਾਰੇ ਟੈਂਡਰ ਨੇ ਜਿਹੜੇ ਕਾਂਗਰਸ ਨੂੰ ਮਿਲਣਗੇ ਤੇ ਹਲਕਾ ਇੰਚਾਰਜਾਂ ਨੂੰ ਮਿਲਣਗੇ। ਸੰਦੀਪ ਸੰਧੂ ਜੀ ਦੇ ਨਾਲ ਅਸੀਂ ਗਏ ਹਾਂ। ਮਾਨਨੀय ਸੰਦੀਪ ਸੰਧੂ ਜੀ ਸਾਨੂੰ ਲੈ ਕੇ ਗਏ, ਆਸ਼ੂ ਜੀ ਦੇ ਘਰੇ ਬਿਠਾਏ, ਬਾਂਹ ਫੜ ਕੇ ਸਾਨੂੰ ਆਸ਼ੂ ਜੀ ਦੇ ਡਰਾਇੰਗ ਰੂਮ 'ਚ ਬਿਠਾ ਕੇ ਸਾਨੂੰ ਕਹਿੰਦੇ ਜੀ ਤੁਸੀਂ ਆਪਦੀ ਗੱਲ ਕਰੋ। ਤੇ ਮੈਂ ਚੱਲਿਆ ਤੇ ਉਹ ਚਲੇ ਗਏ ਤੇ ਮੇਰੇ ਬ੍ਰਦਰ ਸੀਗੇ, ਉਹ ਬੈਠੇ ਰਹੇ ਤੇ ਆਸ਼ੂ ਜੀ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ। ਆਸ਼ੂ ਕਹਿੰਦਾ ਕਿਹੜੇ ਮੂੰਹ ਚੱਕ ਕੇ ਆ ਜਾਂਦੇ ਹੋ, ਤੁਸੀਂ ਕਿੱਥੋਂ ਦੇ ਕਾਂਗਰਸੀ ਹੋ, ਤੁਹਾਨੂੰ ਕਿੱਥੋਂ ਕੰਮ ਦੇ ਦਈਏ, ਤੁਹਾਡੇ ਕੋਲ ਕਾਹਦਾ ਤਜਰਬਾ? ਜਦ ਕਿ ਅਸੀਂ ਉਹ ਕੰਮ ਜਿਹੜੇ ਮੇਰੇ ਭਰਾ ਨੇ, ਮੇਰੇ ਦੋਸਤ ਨੇ, ਮੁੱਲਾਂਪੁਰ ਤੋਂ ਨੇ, ਮੈਂ ਤੁਹਾਨੂੰ ਵਿਦ ਸਬੂਤ ਗੱਲ ਕਰਦਾ, ਅਸੀਂ ਤਾਂ ਉਹ ਕੰਮ ਕਰਦੇ ਆ। ਉਹ 85 ਤੋਂ ਵੀ ਪਹਿਲਾਂ ਦਾ ਕੰਮ ਕਰਦੇ ਆ। ਉਹਨਾਂ ਦੀ ਲਵਲੀ ਚੌਧਰੀ ਨੇ। ਅੱਛਾ ਜੀ। ਸੋ ਫਿਰ ਸੀਐਮ ਚੰਨੀ ਕੋਲ ਜਦੋਂ ਤੁਸੀਂ ਪਹੁੰਚੇ ਤਾਂ ਕੀ ਕਿਹਾ ਉਹਨਾਂ ਨੇ? ਸੀਐਮ ਚੰਨੀ ਨੇ 1 ਫੁੱਟ ਦੀ ਸੀਟ ਤੋਂ ਛਾਲ ਮਾਰੀ, ਹੱਥ ਜੋੜੇ, ਕਹਿੰਦਾ ਆਹ ਜੋੜੇ ਹੱਥ ਵੀ ਮੈਂ ਆਸ਼ੂ ਨੂੰ ਨਹੀਂ ਕੁਝ ਕਹਿ ਸਕਦਾ। ਤੁਹਾਡੇ ਨਾਲ ਮੰਤਰੀ ਸਾਹਿਬਾਨ ਨੇ, MLA ਸਾਹਿਬਾਨ ਨੇ, ਆਪਦੇ ਪਰਸਨਲ ਲੈਵਲ ਤੇ ਤੁਸੀਂ ਆਸ਼ੂ ਜੀ ਨੂੰ ਕਹੋ ਤੇ ਮੈਂ ਕੁਝ ਨਹੀਂ ਕਰ ਸਕਦਾ ਇਹਦੇ 'ਚ। ਇਹ ਸੀਐਮ ਕਹਿ ਰਿਹਾ ਹੈ, ਮਤਲਬ ਤੁਹਾਡੇ ਸਾਹਮਣੇ ਦੀ ਗੱਲ ਹੈ ਕਿ ਇਹ ਤਾਂ ਨਹੀਂ ਤੁਸੀਂ ਬਾਹਰ ਸੀਗੇ ਤੇ ਤੁਹਾਨੂੰ ਆ ਕੇ ਕਈ ਵਾਰੀ ਹੁੰਦਾ ਮੰਤਰੀ ਆ MLA ਉਹ ਐਵੇਂ ਵਧਾ ਚੜਾ ਕੇ ਕਹਿ ਦਿੰਦੇ? ਜਿਹੜੇ ਮੇਰੇ ਯਾਰ ਰਹੇ ਨੇ ਨਾ, ਅੱਜ ਵੀ ਹੈਗੇ ਨੇ, ਲੁਧਿਆਣੇ ਨੂੰ ਛੱਡ ਕੇ ਅੱਜ ਵੀ ਮੇਰੇ ਹੈਗੇ ਨੇ, ਮੇਰੇ ਨਾਲ ਪਿਆਰ ਕਰਨ ਵਾਲੇ।
ਜਿੰਨਾ ਟਾਈਮ ਮੈਂ ਉਹਨਾਂ ਨਾਲ ਸਰਕਾਰ 'ਚ ਰਿਹਾ ਮੈਂ ਕਦੇ ਬਾਹਰ ਨਹੀਂ ਬੈਠਿਆ। ਪਰ ਸਰ ਮੈਂ ਅੱਜ ਤੱਕ ਬਹੁਤ ਇੰਟਰਵਿਊਆਂ ਕੀਤੀਆਂ, ਪਰ ਜਿੱਦਾਂ ਦਾ ਤੁਸੀਂ ਅੱਜ ਬਿਆਨ ਕਰ ਰਹੇ ਹੋ ਮੈਨੂੰ ਐਕਚੁਅਲੀ ਇਹੀ ਲੱਗ ਰਿਹਾ ਜਿਵੇਂ ਪਿਕਚਰ ਹੁੰਦੀ ਹੈ। ਇੰਨਾ ਸੌਖਾ ਨਹੀਂ ਹੁੰਦਾ। ਇੱਕ ਪਿਤਾ ਪੁਰਖੀ ਦਾਦਾ ਪੁਰਖੀ ਤੁਸੀਂ ਇੱਕ ਪਾਰਟੀ ਦੇ ਨਾਲ ਤੁਰੇ ਹੋਏ ਹੋ, ਚੱਲੇ ਹੋਏ ਹੋ, ਤੁਹਾਡਾ ਇੱਕ ਪਾਰਟੀ 'ਚ ਰੁਤਬਾ ਹੈ, ਤੁਸੀਂ ਕਿਸੇ ਗੱਲ ਤੋਂ ਹੀ ਤੰਗ ਹੋ ਕੇ ਤੁਸੀਂ ਜਾਂਦੇ ਹੋ। ਇਹ ਕੋਈ ਛੋਟਾ ਫੈਸਲਾ ਨਹੀਂ ਹੈਗਾ ਕਿ ਤੁਸੀਂ ਅੱਜ ਬੀਜੇਪੀ ਦਾ ਪੱਲਾ ਫੜ ਰਹੇ ਹੋ ਨਵੀਂ ਪਾਰਟੀ 'ਚ, ਜਦੋਂ ਸਾਨੂੰ ਕੋਈ ਜਾਣਦਾ ਹੀ ਨਹੀਂ, ਕੋਈ ਪਤਾ ਨਹੀਂ ਸਾਡੀ ਇੱਥੇ ਕਿਸੇ ਨੇ ਸੁਣਨੀ ਹੈ। ਤਾਂ ਸਾਡਾ ਮੇਰੇ ਪਰਿਵਾਰਕ ਰਿਲੇਸ਼ਨ ਨੇ JP ਨੱਡਾ ਜੀ ਨਾਲ, ਉਹਨਾਂ ਨੂੰ ਮੈਂ ਜਦੋਂ ਜਾ ਕੇ ਉਹਨਾਂ ਨਾਲ ਮੈਂ ਜਦੋਂ ਗੱਲ ਕੀਤੀ ਹੈ, ਮੈਂ ਕਿਹਾ ਜੀ ਮੇਰੇ ਨਾਲ ਤਾਂ ਆਹ ਹੋਈ ਹੈ ਮੇਰੀ ਸਰਕਾਰ ਦੇ ਵਿੱਚ, ਅਤੇ ਮੈਂ ਜੋ ਵੀ ਸੀਗਾ ਤੇ ਮੈਂ ਤਾਂ ਆਹ ਦੁੱਖ ਭੋਗਿਆ। ਉਹ ਮੈਨੂੰ ਕਹਿੰਦੇ ਕੋਈ ਗੱਲ ਨਹੀਂ, ਤੇਰੀਆਂ ਸਾਰੀਆਂ ਜਿਹੜੇ ਤੂੰ ਦੱਸ ਰਿਹਾ, ਜਦੋਂ ਮੈਂ ਉਹਨਾਂ ਕੋਲ ਲਿਜਾ ਕੇ ਪ੍ਰੂਫ ਰੱਖੇ, ਉਹ ਕਹਿੰਦੇ CBI ਇਨਕੁਆਇਰੀਆਂ ਕਰਾਵਾਂਗੇ ਆਸ਼ੂ ਦੀਆਂ, ਅਤੇ ਜਿਹੜੇ ਇਹ ਤੇ ਹੋਰ ਜਿਹੜਾ ਦਾ ਬੰਬ ਵਾਲਾ ਮਸਲਾ ਉਹਦੀ ਵੀ ਕਹਿੰਦੇ ਅਸੀਂ ਇਨਕੁਆਇਰੀ ਕਰਾਵਾਂਗੇ, DGP ਤੋਂ ਵੀ ਕਰਾਵਾਂਗੇ, ਮੈਂ ਵੀ DGP ਕੋਲ ਕਰਾਊਂਗਾ, ਪਰ ਮੈਂ ਸੈਂਟਰਲ ਏਜੰਸੀਆਂ ਤੋਂ ਵੀ ਕਰਵਾਊਂਗਾ। ਅਤੇ ਮੈਂ ਤਾਂ ਹੁਣ ਟਿਕ ਕੇ ਬਹਿਣਾ ਨਹੀਂ, ਮੈਂ ਤਾਂ ਛੱਡੂਗਾ। ਮੈਂ ਤਾਂ ਸਿਰਫ ਸੱਟੇ ਦੀ ਗੱਲ ਕਰ ਰਹੇ ਹੋ, ਸੱਟੇ ਦਾ ਕੀ ਜੱਗ ਜਾਰ ਹੈ। ਦੇਖੋ ਜੱਗ ਜਾਰ ਹੈ, ਕੋਈ ਗੱਲਾਂ ਆਉਣ ਵਾਲੇ ਟਾਈਮ 'ਚ ਇਹ ਵੀ ਦੱਸ ਦਾਂਗੇ, ਹਰ ਬੰਦੇ ਨੂੰ ਪਤਾ ਇਹਨਾਂ ਦੀ ਸ਼ੈ ਹੈ ਜਾਂ ਇਹ ਆਪ ਕਰਵਾਉਂਦੇ? ਨਹੀਂ ਸ਼ੈ ਵੀ ਹੈ, ਕਰਵਾਉਂਦੇ ਵੀ। ਮਤਲਬ ਤੁਸੀਂ ਹੱਥ ਤਾਂ ਲਾ ਕੇ ਦਿਖਾਓ ਕਿਹਨੂੰ, ਜਿਹੜੇ ਬੰਦੇ ਇਹ ਕੰਮ ਕਰਦੇ ਨੇ। ਮੈਨੂੰ ਪਿੱਛੇ ਇਹ ਜ਼ਰੂਰ ਆਇਆ ਸੀਗਾ ਕਿ ਜਿਹੜੇ ਤੁਹਾਡੇ BJP ਦੇ ਹੀ ਕੋਸ਼ਾਧਿਅਕਸ਼ ਹੈਗੇ ਆ ਦੇਬੀ ਜੀ, ਉਹਨਾਂ ਨੇ ਸੁਰਿੰਦਰ ਡਾਬਰ ਤੇ ਜ਼ਰੂਰ ਲਗਾਏ ਸੀ, ਤੇ ਉਹਨਾਂ ਦੇ MLA ਸੁਰਿੰਦਰ ਡਾਬਰ ਤੇ ਉਹਨਾਂ ਦੇ ਬੇਟੇ ਤੇ ਜ਼ਰੂਰ ਲਗਾਏ ਸੀ। ਉਹਦੇ ਬਾਰੇ ਵੀ ਉਲਟਾ ਮੈਂ ਆਸ਼ੂ ਜੀ ਤੋਂ ਕਲੈਰੀਫਿਕੇਸ਼ਨ ਵੀ ਮੰਗੀ ਸੀ ਇੱਕ ਇੰਟਰਵਿਊ 'ਚ ਰੂਬਰੂ ਕਿ ਭਾਈ ਤੁਸੀਂ ਮੰਤਰੀ ਹੋ, ਤੁਹਾਡੇ ਰਾਜ 'ਚ ਸ਼ਹਿਰ 'ਚ ਇੱਦਾਂ ਦੀਆਂ ਗੱਲਾਂ ਆਰੋਪ ਲੱਗ ਰਹੇ ਤੁਹਾਡੇ ਸਾਥੀਆਂ ਤੇ। ਉਹ ਕਹਿੰਦੇ ਨਹੀਂ, ਇਹ ਬੇਬੁਨਿਆਦੀ ਹੈ। ਹਾਂ ਬਿਲਕੁਲ ਬੇਬੁਨਿਆਦੀ ਹੈ। ਜਿਹੜੀਆਂ ਸੱਚਾਈ ਹੁੰਦੀ ਹੈ ਹਮੇਸ਼ਾ ਬੇਬੁਨਿਆਦੀ ਹੀ ਹੁੰਦੀ ਹੈ। ਹਾਂ, ਜਿਹੜਾ ਝੂਠ ਹੁੰਦਾ ਉਹ ਬਸ ਉਹੀ ਚੱਲਦਾ। ਜੋ ਤੁਸੀਂ ਆਰੋਪ ਲਗਾ ਰਹੇ ਹੋ, ਸੌਰੀ ਮਤਲਬ ਤੁਸੀਂ ਆਰੋਪ ਲਗਾ ਰਹੇ ਹੋ, ਇਹਦੇ ਪ੍ਰੂਫ ਹੈਗੇ? ਮੈਂ ਆਰੋਪ ਨਹੀਂ ਲਗਾ ਰਿਹਾ, ਮੈਂ ਤਾਂ ਤੁਹਾਨੂੰ ਕਾਰਨ ਦੱਸ ਰਿਹਾ ਵੀ ਮੈਂ BJP 'ਚ ਕਿਉਂ ਆਇਆ। ਮੇਰੀ ਸਰਕਾਰ ਹੋਣ ਦੇ ਬਾਵਜੂਦ, ਮੇਰੇ ਭਰਾ ਹੋਣ ਦੇ ਬਾਵਜੂਦ, ਉਹ ਵੀ ਕੈਬਨਿਟ ਮੰਤਰੀ ਆ, ਮੇਰੇ ਭਰਾ ਵੀ ਕੈਬਨਿਟ ਮੰਤਰੀ ਨੇ, ਉਹਨਾਂ ਦੇ ਹੋਣ ਦੇ ਬਾਵਜੂਦ ਮੈਂ ਜੇ ਅੱਜ ਪਾਰਟੀ ਛੱਡੀ ਹੈ ਤਾਂ ਮੈਂ ਸਿਰਫ ਭਾਰਤ ਭੂਸ਼ਣ ਆਸ਼ੂ ਕਰਕੇ ਛੱਡੀ ਹੈ। ਮੈਨੂੰ ਹੋਰ ਕੋਈ ਲੋੜ ਨਹੀਂ ਸੀ। ਮੈਨੂੰ ਕੋਈ ਪਾਵਰ ਦਾ ਮੈਨੂੰ ਨਹੀਂ ਪਤਾ ਕੀ ਪਾਵਰ ਹੁੰਦੀ ਹੈ। ਮੈਂ ਪਾਵਰ ਬਹੁਤ ਹੰਢਾਈ। ਇਸ ਦੇ ਵਿੱਚ ਤੁਹਾਡੀ ਸ਼ਹਾਦਤਾਂ, ਗਾਂਧੀ ਪਰਿਵਾਰ ਆਪ ਸ਼ਹਾਦਤਾਂ ਦਾ ਉਹ ਇੱਕ ਮਿਸਾਲ ਹੈਗੀ ਹੈ। ਪਰ ਤੁਸੀਂ ਮੈਂ ਕਹਿੰਦਾ ਇੱਕ ਪੂਰੀ ਕਾਂਗਰਸ ਪੰਜਾਬ ਦੇ ਵਿੱਚ ਸਿਰਫ ਇੱਕ ਭਾਰਤ ਭੂਸ਼ਣ ਆਸ਼ੂ ਇੱਕ ਪਾਸੇ, ਪੂਰੀ ਕਾਂਗਰਸ ਸਰਕਾਰ ਇੱਕ ਪਾਸੇ, ਤਾਂ ਵੀ ਤੁਹਾਡੀ ਨਹੀਂ ਚੱਲੀ। ਜਾਂ ਤਾਂ ਮੈਂ ਆਪਦਾ ਸ਼ਹਿਰ ਬਦਲਣਾ, ਘਰ ਬਦਲਣਾ, ਤੇ ਆਪਦੇ ਪਿਤਾ ਪੁਰਖੀ ਜੋ ਮੇਰਾ ਇੱਜ਼ਤਦਾਰ ਹੈਗੇ ਆ, ਸਾਰਾ ਸਾਡਾ ਖਾਨਦਾਨ ਆ, ਇਹਨੂੰ ਪੱਟ ਕੇ ਤੇ ਮੈਂ ਕਿਤੇ ਹੋਰ ਜਾ ਕੇ ਸ਼ਿਫਟ ਹੋਵਾਂ। ਜਿਹੜੇ ਮੇਰੇ ਵਿਧਾਇਕ ਨੇ ਫਿਰ ਉਹ ਮੇਰਾ ਸਾਥ ਉਹ ਤਾਂ ਹੀ ਦੇਣਗੇ, ਮੈਂ ਤਾਂ ਉਹਨਾਂ ਤੋਂ ਤਾਂ ਹੀ ਕਲੇਮ ਕਰ ਪਾਊਂਗਾ ਜਦੋਂ ਮੈਂ ਜਿਹੜੇ ਸ਼ਹਿਰ 'ਚ ਰਹਿਣਾ, ਜਿਸ ਸ਼ਹਿਰ ਦਾ ਬੰਦਾ ਮੌਜੂਦਾ ਮੇਰਾ ਕਾਂਗਰਸੀ MLA ਮੰਤਰੀ ਜੇ ਉਹੀ ਮੇਰੇ ਖਿਲਾਫ ਆ, ਜੇ ਉਹਨੇ ਮੈਨੂੰ ਮੇਰੀ ਸਰਕਾਰ 'ਚ ਹੀ ਨਹੀਂ ਜੀਣ ਦੇਣਾ, ਫਿਰ ਮੈਂ ਉਹ ਸਰਕਾਰ ਤੋਂ, ਮੈਂ ਉਸ ਪਾਰਟੀ ਤੋਂ ਕਰਾਉਣਾ ਕੀ ਹੈ। ਤੇ ਤੁਸੀਂ ਕਦੀ ਆਸ਼ੂ ਜੀ ਨਾਲ ਮਿਲ ਕੇ ਕੋਈ ਬੈਠ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਰ ਹੋ ਗਈ, ਚਲੋ ਜਿਵੇਂ ਬੰਦਾ ਕਹਿੰਦਾ ਯਾਰ, ਜਿਵੇਂ ਅਗਲਾ ਕਹਿੰਦਾ ਪਾਣੀ ਇਹ ਪੁਲਾਂ ਦੇ ਥੱਲੋਂ ਲੰਘ ਜੇ, ਤੁਸੀਂ ਗਏ ਨਹੀਂ ਕਿ ਛੱਡ ਯਾਰ ਵਪਾਰ ਖਰਾਬ ਹੁੰਦਾ, ਕਿ ਛੱਡੋ ਯਾਰ ਭਾਜੀ ਛੱਡੋ, ਕਈ ਸੁਣੀ ਮਾਫੀ ਆਪਾਂ ਖਤਮ ਕਰੀਏ, ਤੁਸੀਂ ਵੀ ਭਰਾ ਹੋ। ਸਭ ਕੁਝ ਕਿਹਾ। ਆਰਬਿਟ੍ਰੇਸ਼ਨ ਦੀ ਗੱਲ ਕਹੀ ਸੀ ਮੈਂ, ਪਰਚਾ ਕਰਾ ਕੇ ਬੰਦਾ ਅੰਦਰ ਕਰਾਉਣ ਦੀ ਗੱਲ ਨਹੀਂ ਸੀ ਕਹੀ। ਮੈਂ ਕਿਹਾ ਆਰਬਿਟ੍ਰੇਸ਼ਨ ਕਰਾ ਦਿਓ, ਵਿੱਚ ਬਿਠਾਓ, ਆਪਦਾ ਬੰਦਾ ਪਾਓ, ਜਿਹੜਾ ਸਹੀ ਆ ਫੈਸਲਾ ਕਰਾਓ, ਜਿਹੜੇ ਪੈਸੇ ਲੈਣ ਵਾਲੇ ਪੈਸੇ ਦਿਵਾਓ। 3 ਮਹੀਨੇ ਅਸੀਂ ਸਿਰਫ ਗੇੜੇ ਕੱਢਦੇ ਰਹੇ ਹਾਂ। ਉਹਨਾਂ ਨੇ ਡਿਊਟੀ ਲਾਤੀ। ਸਾਡੇ ਵਿਧਾਇਕ ਮੇਰੇ ਸਤਿਕਾਰਯੋਗ ਨੇ ਸਰਦਾਰ ਕੁਲਦੀਪ ਸਿੰਘ ਵੈਦ, ਮੇਰੇ ਹਲਕੇ ਦੇ ਵਿਧਾਇਕ ਸੀ, ਕਾਂਗਰਸ ਤੋਂ ਹੈਗੇ ਨੇ, ਤੇ ਉਹਨਾਂ ਦੀ ਡਿਊਟੀ ਲਈ ਉਹਨਾਂ ਦੇ ਕੋਲੇ ਮੀਟਿੰਗਾਂ ਹੁੰਦੀਆਂ ਰਹੀਆਂ। ਸਵੇਰੇ 9 ਵਜੇ ਜਾ ਕੇ ਅਸੀਂ ਘਰ ਦੇ ਬਾਹਰ ਖੜ੍ਹ ਜਾਂਦੇ ਸੀ, ਦੁਪਹਿਰੇ 12 ਵਜੇ ਸਾਡੀ ਮੀਟਿੰਗ ਹੁੰਦੀ ਸੀ, ਤੇ ਅਸੀਂ ਉਹ ਮੀਟਿੰਗਾਂ ਕਰਦੇ ਸੀ। ਸਭ ਕੁਝ ਕਰਦੇ ਰਹੇ ਹਾਂ ਅਸੀਂ, ਸਭ ਕੁਝ ਹੁੰਦਾ ਰਿਹਾ, ਪਰ ਉਹਨਾਂ ਨੇ ਇੰਨੇ ਠੰਡੇ ਬਸਤੇ 'ਚ ਪਾ ਕੇ ਰੱਖਿਆ। ਪਰ ਜਦੋਂ ਐਂਡ ਤੇ ਜਦੋਂ ਆਇਆ, ਜਦੋਂ ਸਰਕਾਰ ਦਾ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਸਰਕਾਰ ਜਾ ਰਹੀ ਹੈ, ਕੋਈ ਵਿਧਾਇਕ ਦਾ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ, ਕੋਈ ਮੰਤਰੀ ਦਾ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ, ਮੈਂ ਸਿਰਫ ਆਪਦਾ ਹਲਕਾ ਕੌਨਸਨਟਰੇਟ ਕਰਨਾ ਤੇ ਮੈਂ ਜਿੱਤਣਾ। ਤੇ ਉਹਨਾਂ ਨੇ ਜਾਂਦੇ ਹੋਏ ਮੇਰਾ ਪਰਚਾ ਨਜਾਇਜ਼, ਮੇਰਾ ਪਰਚਾ ਨਜਾਇਜ਼ ਤਰੀਕੇ ਨਾਲ ਕੈਂਸਲ ਕਰਾਇਆ। 190 ਨੰਬਰ FIR ਸਾਹਨੇਵਾਲ ਥਾਣੇ ਦੀ ਹੈ। ਤੁਸੀਂ ਇਹਦੀ ਇਨਕੁਆਇਰੀ ਹੋਊਗੀ, ਆਉਣ ਵਾਲੇ ਟਾਈਮ 'ਚ ਇਨਕੁਆਇਰੀ ਹੋਊਗੀ। ਆਲਰੇਡੀ DGP ਨੇ ਇਨਕੁਆਇਰੀ ਲਾਤੀ ਹੈ, ਉਹਨਾਂ ਨੇ ਤਾਂ ਪਰਚਾ ਕੈਂਸਲ ਕਰਤਾ ਸੀ, ਪਰ ਉਹ ਦੁਬਾਰਾ ਇਨਕੁਆਇਰੀ ਖੁੱਲ੍ਹ ਗਈ ਹੈ। ਉਹ ਹੁਣ ਸਾਰੀਆਂ ਦੀਆਂ ਇਨਕੁਆਇਰੀਆਂ ਹੋਣਗੀਆਂ, ਇਲੈਕਸ਼ਨ ਕਮਿਸ਼ਨ ਤੋਂ ਵੀ ਕਰਾਵਾਂਗੇ, ਦਿੱਲੀੋਂ ਸੈਂਟਰਲ ਤੋਂ ਕਰਾਵਾਂਗੇ। ਹੁਣ ਸਾਨੂੰ ਕਾਹਦਾ ਡਰ ਹੈ? ਹੁਣ ਤਾਂ ਸਾਨੂੰ ਕੋਈ ਡਰ ਹੀ ਨਹੀਂ। ਮੈਂ ਇੱਕ ਚੀਜ਼ ਪੁੱਛਦਾ, ਮੀਡੀਆ ਹੈਗਾ, ਚੌਥਾ ਸਤੰਭ ਹੈਗਾ, ਅਸੀਂ ਆਵਾਜ਼ ਚੱਕਣ ਵਾਲੇ ਹਾਂ। ਤੁਸੀਂ ਇਹ ਗੱਲ ਜਿਹੜੀ ਅੱਜ ਬੋਲਦੇ ਪਏ ਹੋ, ਤੁਸੀਂ ਉਦੋਂ ਕਿਉਂ ਨਹੀਂ ਬੋਲੇ? ਅੱਜ BJP 'ਚ ਜੁਆਇਨ ਕਰਕੇ। ਉਦੋਂ ਮੈਂ ਪਾਰਟੀ 'ਚ ਸੀ ਨਾ, ਪਾਰਟੀ ਦਾ ਕੋਈ ਡਿਸਿਪਲਿਨ ਵੀ ਹੁੰਦਾ।
ਮੈਂ 4 ਬੰਦ ਕਮਰੇ 'ਚ ਬੈਠ ਕੇ ਗੱਲਾਂ ਕਰਦੇ ਰਹੇ ਹਾਂ, ਅਸੀਂ ਆਸ਼ੂ ਜੀ ਨਾਲ ਮੀਟਿੰਗਾਂ ਕਰਦੇ ਰਹੇ ਹਾਂ, ਮੇਰੇ ਵਿਧਾਇਕ ਫੋਨ ਕਰਦੇ ਰਹੇ ਨੇ, ਕਿਹੜਾ ਅਸੀਂ ਬੰਦਾ ਵਿੱਚ ਨਹੀਂ ਪਾਇਆ। ਸਾਡੇ ਸਾਰੇ ਲਾਈਜ਼ਨਰ ਜਿਹੜੇ ਕਹਿੰਦੇ ਹਰ ਕਦੇ ਔਰ ਮੇਰੇ ਬਿਹਾਫ ਤੇ MLA ਸਾਹਿਬਾਨ ਜਾ ਕੇ ਆਸ਼ੂ ਜੀ ਨੂੰ ਮਿੰਨਤਾਂ ਕਰਦੇ ਰਹੇ ਨੇ। ਲੁਧਿਆਣੇ ਦੇ MLA ਬਾਹਰਲੇ ਯਾਰ, ਲੁਧਿਆਣੇ ਨਾਲ ਤਾਂ ਲੁਧਿਆਣੇ ਦਾ ਕੋਈ MLA ਤੁਹਾਡੇ ਨਾਲ ਨਹੀਂ ਖੜੇ? ਲੁਧਿਆਣੇ ਦੇ ਖੜੇ ਨੇ, ਵੈਦ ਸਾਹਿਬ ਸਾਡੇ ਨਾਲ ਖੜੇ ਨੇ। ਵੈਦ ਸਾਹਿਬ ਨੇ ਸਹੀ ਰਿਪੋਰਟਾਂ ਦਿੱਤੀਆਂ ਆਸ਼ੂ ਜੀ ਨੂੰ। ਜੇ ਵੈਦ ਸਾਹਿਬ ਡਿਨਾਈ ਕਰ ਜਾਣ ਵੀ ਹਾਂ ਇਹ ਅਮਰਦੀਪ ਝੂਠ ਬੋਲ ਰਿਹਾ, ਤੁਸੀਂ ਵੈਦ ਸਾਹਿਬ ਤੋਂ ਪੁਸ਼ਟੀ ਕਰਾਓ ਵੀ ਜਿਹੜਾ ਅਮਰਦੀਪ ਦਾ ਕੇਸ ਹੈ, ਜਿਹੜੀ FIR ਨੰਬਰ 190 ਨੰਬਰ ਆਸ਼ੂ ਜੀ ਨੇ ਕੈਂਸਲ ਕਰਾਈ ਹੈ, ਉਹ 'ਚ ਅਮਰਦੀਪ ਸਹੀ ਸੀ ਕਿ ਗਲਤ ਸੀ? ਔਨ ਰਿਕਾਰਡ ਪੁੱਛੋ ਉਹਨਾਂ ਤੋਂ, ਉਹ ਦੱਸਣਗੇ। ਜੇ ਉਹ ਗਲਤ ਦੱਸਣਗੇ ਤਾਂ ਮੈਂ ਤੁਹਾਡੇ ਨਾਲ ਗੱਲ ਕਰੂੰਗਾ। ਕਿਹਦੇ ਇਸ਼ਾਰਿਆਂ ਤੇ ਮੀਟਿੰਗਾਂ ਹੋਈਆਂ? ਫਾਈਨਲੀ ਸਿਰਫ ਤੁਸੀਂ ਓਪਨਲੀ ਚੈਲੰਜ ਕਰ ਰਹੇ ਹੋ ਤੇ ਆਰੋਪ ਲਗਾ ਰਹੇ ਹੋ ਕਿ ਭਾਰਤ ਭੂਸ਼ਣ ਆਸ਼ੂ ਦੇ ਕਰਕੇ ਤੁਸੀਂ ਆਪਣੀ ਪੁਸ਼ਤੈਨੀ ਪਾਰਟੀ ਤੁਹਾਨੂੰ ਛੱਡਣੀ ਪਈ। ਨਹੀਂ, ਮੈਂ ਚੈਲੰਜ ਤਾਂ ਦੇਖੋ ਮੈਂ ਨਹੀਂ ਕਰ ਸਕਦਾ, ਉਹ ਤਾਂ ਬਹੁਤ ਵੱਡਾ ਬੰਦਾ ਹੈ, ਵੱਡਾ ਬੰਦਾ ਵੀ ਹੈ, ਬਦਮਾਸ਼ ਵੀ ਹੈ ਤੇ ਮੁੱਖ ਮੰਤਰੀ ਵੀ ਹੈ, ਸਭ ਕੁਝ ਉਹ ਨਾਲ ਹੀ ਕੰਪਲੀਟ ਪੈਕੇਜ ਹੈ ਤੇ ਉਹਦੇ ਨਾਲ ਮੇਰਾ ਚੈਲੰਜ ਤਾਂ ਕੋਈ ਨਹੀਂ। ਹਾਂ, ਪਰ ਆਰੋਪ ਮੈਂ ਤੁਹਾਨੂੰ ਇਹ ਲੱਗ ਰਿਹਾ, ਮੈਂ ਤੁਹਾਨੂੰ ਇਹ ਦੱਸ ਰਿਹਾ ਮੈਨੂੰ ਇਸ ਗੱਲ ਦਾ ਦੁੱਖ ਹੈ ਤੇ ਮੈਂ ਇਸ ਦੁੱਖ ਕਰਕੇ ਮੈਂ ਪਾਰਟੀ ਛੱਡ ਕੇ ਤੇ ਮੈਂ BJP 'ਚ ਜੁਆਇਨ ਕੀਤਾ ਤੇ ਮੈਨੂੰ ਪੂਰੀ ਉਮੀਦ ਹੈ ਪ੍ਰਧਾਨ ਮੰਤਰੀ ਤੋਂ ਵੀ ਤੇ ਨੱਡਾ ਸਾਹਿਬ ਤੋਂ ਵੀ ਤੇ HM ਸਾਡੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਜੀ ਤੋਂ ਵੀ, ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਯਾਰ ਹਾਂ ਵੀ ਤੇਰੇ ਨਾਲ ਜਿਹੜਾ ਧੱਕਾ ਹੋਇਆ ਉਹ ਹੁਣ ਤੇਰੇ ਨਾਲ ਇਸ ਪਾਰਟੀ 'ਚ ਨਹੀਂ ਅਸੀਂ ਹੋਣ ਦਿੰਦੇ। ਤੇਰੇ ਗੰਦੇ ਨਾਲ ਦੀ ਜਿਹੜੀ ਤੇਰੀ ਮੰਗ ਆ, ਗੰਦੇ ਨਾਲ ਦੀ ਵੀ ਅਸੀਂ ਜਾਣਕਾਰੀ ਕਰਾਵਾਂਗੇ। ਜਿਹੜਾ ਘੁਟਾਲਾ ਹੋਇਆ, ਜਿਹੜਾ ਗੰਦੇ ਨਾਲ 650 ਕਰੋੜ ਰੁਪਏ ਦਾ ਇਹਨਾਂ ਨੇ ਇਹਨੂੰ ਪਿਊਰੀਫਾਈ ਕਰਨ ਦਾ ਜਿਹੜਾ ਘਪਲਾ ਕੀਤਾ, ਉਹ ਤਾਂ ਹੋਰ ਵੀ ਮੇਰੇ ਦੋਸਤ ਨੇ ਔਨ ਰਿਕਾਰਡਸ ਅਖਬਾਰਾਂ 'ਚ ਤੁਹਾਡੇ ਸਾਹਮਣੇ ਆਉਂਦਾ ਰਿਹਾ। ਉਹਦੀ ਵੀ ਮੰਗ ਮੈਂ ਕੀਤੀ ਹੈ ਵੀ ਉਹ ਵੀ ਆਪਾਂ ਕਰਨੀ ਹੈ। ਨਾਲ ਦੀ ਨਾਲ ਜਿਹੜੇ ਇਹਨਾਂ ਨੇ ਹੋਰ ਕਰਪਸ਼ਨਾਂ ਕੀਤੀਆਂ ਨੇ 5-7 ਹਜ਼ਾਰ ਕਰੋੜ ਰੁਪਏ ਦੇ, ਇਹਨਾਂ ਦੀਆਂ CBI ਦੀਆਂ ਇਨਕੁਆਇਰੀਆਂ ਹੋਣਗੀਆਂ। ਜੋ ਇਹਨਾਂ ਨੇ ਘਪਲੇ ਕੀਤੇ ਆਪਦੇ ਮਹਿਕਮੇ 'ਚ, ਉਹਦੀਆਂ ਇਨਕੁਆਇਰੀਆਂ CBI ਤੋਂ ਹੋਣਗੀਆਂ। ਅਤੇ ਜਿਹੜਾ ਇਹਨਾਂ ਦਾ ਬੰਬ ਵਾਲਾ ਜਿਹੜਾ ਕੇਸ ਹੈ, ਉਹਦੀ ਵੀ ਮੈਂ ਇਨਕੁਆਇਰੀ ਕਰਾਊਂਗਾ ਅਤੇ DGP ਤੋਂ ਅਤੇ CBI ਤੋਂ ਮੈਂ ਉਹਦੀ ਵੀ ਇਨਕੁਆਇਰੀ ਦੀ ਮੰਗ ਕਰੂੰਗਾ। ਸੋ ਹੁਣ ਕੁੱਲ ਮਿਲਾ ਕੇ ਫਾਈਨਲੀ ਤੁਸੀਂ BJP 'ਚ ਆ ਗਏ ਹੋ। ਸੋ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਮਲ ਦੇ ਫੁੱਲ ਤੇ ਬਹਿ ਕੇ ਹੁਣ ਤੁਸੀਂ ਜਿਹੜੇ ਹੱਥ ਤੇ ਪੂਰੀ ਸਫਾਈ ਕਰੋਗੇ। ਹਾਂ, ਬਿਲਕੁਲ ਹੱਥ ਦੀ ਸਫਾਈ ਦੇਖੋ ਹੋ ਹੀ ਗਈ ਹੈ। ਤੁਹਾਡਾ ਇਹ ਫਿਰ ਪੂਰਾ ਏਜੰਡਾ ਜਿਹੜਾ ਹੈ, ਅਸੀਂ ਇਹ ਮੰਨੀਏ ਕਾਂਗਰਸ ਦੇ ਅਗੇਂਸਟ ਨਹੀਂ ਹੈ, ਭਾਰਤ ਭੂਸ਼ਣ ਆਸ਼ੂ ਦੇ ਅਗੇਂਸਟ ਹੈ, ਇੰਡੀਵਿਜੂਅਲ। ਬਿਲਕੁਲ ਮੈਂ ਕਦੇ ਕਾਂਗਰਸ ਨਾ ਛੱਡਦਾ। ਮੈਨੂੰ ਕੀ ਲੋੜ ਸੀ ਕਾਂਗਰਸ ਛੱਡਣ ਦੀ? ਮੈਨੂੰ ਅੱਜ ਵੀ ਮੈਂ BJP ਦੇ ਜੁਆਇਨਿੰਗ ਪਾਰਟੀ ਦਫ਼ਤਰ 'ਚ ਖੜਾ ਸੀ, ਮੈਨੂੰ 4 ਵਿਧਾਇਕਾਂ ਦੇ, ਗੁਰਕੀਰਤ ਕੋਟਲੀ ਦਾ ਮੈਨੂੰ ਅੱਜ ਫੋਨ ਆਇਆ। ਮੈਨੂੰ ਇੰਨਾ ਪਿਆਰ ਕਰਦੇ ਨੇ ਮੈਨੂੰ, ਜਦੋਂ ਉਹਨਾਂ ਨੇ ਮੇਰੀ ਫੋਟੋ ਅਖਬਾਰ 'ਚ, ਜਦੋਂ ਨਿਊਜ਼ ਮੇਰੀ ਵਾਇਰਲ ਹੋਈ, ਜਦੋਂ ਅਸੀਂ ਪਾਰਟੀ ਦਫ਼ਤਰ ਪਹੁੰਚੇ ਹਾਂ ਤਾਂ ਮੀਡੀਆ ਨੇ ਉੱਥੋਂ ਖਬਰ ਵਾਇਰਲ ਕਰਤੀ ਵੀ ਇਹ ਜੁਆਇਨ ਕਰਨ ਲੱਗੇ ਨੇ। ਅਸੀਂ ਤਾਂ ਦੱਸਿਆ ਨਹੀਂ ਸੀ। ਮੈਨੂੰ ਉਹਨਾਂ ਦਾ ਫੋਨ ਆਇਆ, ਮੈਨੂੰ ਕਹਿੰਦਾ ਯਾਰ ਤੂੰ ਇਹ ਕੰਮ ਤੂੰ ਨਹੀਂ ਕਰਨਾ। ਮੈਂ ਕਿਹਾ ਜੀ ਹੁਣ ਮੈਂ ਕਰਾਂਗੀ ਵੀ ਹੋਰ ਮੇਰੇ ਕੋਲ ਚਾਰਾ ਕੀ ਹੈ? ਮੈਨੂੰ ਦੱਸੋ ਤਾਂ ਸਹੀ, ਮੈਂ ਕਿੱਧਰ ਜਾਵਾਂ? 20 ਕਰੋੜ ਰੁਪਏ ਦਾ ਨੁਕਸਾਨ ਕਰਾ ਕੇ ਮੈਂ ਕਿੱਧਰ ਜਾਵਾਂ? ਹੋਰ ਕੁਝ ਕਹਿਣਾ ਚਾਹੋਗੇ ਸਰ? ਬਸ ਥੈਂਕ ਯੂ ਜੀ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਸਰਪੰਚ ਸਾਹਿਬ, ਜਿਹੜੇ ਕਿ ਇਹਨਾਂ ਨੇ ਆਪ ਬੀਤੀ ਸੁਣਾਈ ਹੈ। ਹਾਲਾਂਕਿ ਇਹਨਾਂ ਨੇ ਬਹੁਤ ਸਾਰੇ ਆਰੋਪ ਲਗਾਏ ਹੈ। ਮੌਜੂਦਾ ਜਿਹੜੇ ਵਜ਼ੀਰ ਸੀਗੇ ਲੁਧਿਆਣੇ ਤੋਂ, ਇਹਨਾਂ ਦੇ ਆਰੋਪ ਸੁਣ ਕੇ ਅਸੀਂ ਵੀ ਮਤਲਬ ਥੋੜ੍ਹਾ ਜਿਹਾ ਸ਼ੌਕ ਲੱਗਿਆ ਕਿ ਵਾਕਈ ਅੱਜ ਦੀ ਦੁਨੀਆ 'ਚ ਵੀ ਇੱਦਾਂ ਦਾ ਹੁੰਦਾ। ਅਸੀਂ ਇੱਦਾਂ ਦਾ ਪਿਕਚਰਾਂ 'ਚ ਤਾਂ ਜ਼ਰੂਰ ਦੇਖਿਆ ਸੀ। ਹੁਣ ਆਰੋਪ ਕਿੰਨੇ ਸੱਚੇ ਹੈ, ਕਿੰਨੇ ਝੂਠੇ, ਇਹ ਤਾਂ ਸਾਨੂੰ ਨਹੀਂ ਪਤਾ। ਪਰ ਜਿਸ ਦਾ ਇੱਕ ਪੁਸ਼ਤੈਨੀ ਪਾਰਟੀ ਨੂੰ ਛੱਡਣਾ, ਜੋ ਦਰਦ ਕਿਸੇ ਪਾਰਟੀ ਲਈ, ਕਿਸੇ ਲਈ ਸਹਿਆ ਹੋਵੇ, ਉਹਨਾਂ ਨੂੰ ਜਿੱਦਾਂ ਇਹਨਾਂ ਨੇ ਬਿਆਨ ਕੀਤਾ ਹੈ, ਅਸੀਂ ਐਜ਼ ਇਟ ਇਜ਼ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਸੱਚ ਕੀ ਹੈ, ਝੂਠ ਕੀ ਹੈ, ਤਾਂ ਜਾਂਚਾਂ ਹੀ ਦੱਸਣਗੀਆਂ। ਪਰ ਜੇ ਇਹੋ ਜਿਹੀ ਗੱਲ ਹੈ ਤੇ ਮਤਲਬ ਉਸ ਤੋਂ ਬਾਅਦ ਤਾਂ ਇਹੀ ਕਹਿ ਸਕਦੇ ਹਾਂ ਕਿ ਅੰਧੇਰ ਨਗਰੀ ਚੌਪਟ ਰਾਜਾ। ਸੋ ਲੈਂਦੇ ਹਾਂ ਤੁਹਾਡੇ ਤੋਂ ਅਲਵਿਦਾ। ਇੱਦਾਂ ਹੀ ਵੱਖ-ਵੱਖ ਮੁੱਦਿਆਂ ਤੇ ਤੁਹਾਡੇ ਨਾਲ रूबरू ਹੁੰਦੇ रहांगे। देखते रहो, बने रहो जानी-तशी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।